ਧੰਨ ਗੁਰੂ ਅਰਜਨ ਦੇਵ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਬਿਲਾਵਲ ਰਾਗ ਦੇ ਅੰਦਰ ਅਸ਼ਟਪਦੀਆਂ ਦੇ ਰੂਪ ਦੇ ਵਿੱਚ ਹੈ। 4 ਪੌੜੀਆਂ ਦੀ ਵਿਚਾਰ ਕੱਲ ਆਪਾਂ ਨੇ ਸਰਵਣ ਕੀਤੀ ਸੀ। ਇਸ ਤੋਂ ਅੱਗੇ 5ਵੀਂ ਪੌੜੀ ਤੋਂ ਵਿਚਾਰਾਂ ਪ੍ਰਾਰੰਭ ਕਰਨੀਆਂ ਹਨ। ਸ਼ਬਦ ਦੇ 3 ਅਰਥ ਹੁੰਦੇ ਹਨ। ਇੱਕ ਅੱਖਰੀ ਅਰਥ, ਇੱਕ ਭਾਵ ਅਰਥ ਤੇ ਇੱਕ ਅੰਤਰੀਵ ਅਰਥ। ਅੱਖਰੀ ਅਰਥ ਜਿਵੇਂ ਆਪ ਜੀ ਨੇ ਪਾਠ ਸਰਵਣ ਕੀਤਾ, 3 ਨਾਹੇ ਨਰਕ ਨਿਵਾਸ, ਉਹਨਾਂ ਦਾ ਨਰਕ ਦੇ ਵਿੱਚ ਵਾਸਾ ਨਹੀਂ ਹੁੰਦਾ। ਨਿਤ ਸਿਮਰ ਪ੍ਰਭ ਗੁਣਤਾਸ, ਜਿਹੜੇ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ, ਗੁਣਤਾਸ ਦਾ ਅਰਥ ਹੁੰਦਾ ਖਜ਼ਾਨਾ, ਪ੍ਰਭ ਜੋ ਗੁਣਾਂ ਦਾ ਖਜ਼ਾਨਾ ਹੈ ਉਸ ਨੂੰ ਚੇਤੇ ਕਰਦੇ ਨੇ, ਉਸ ਦਾ ਨਾਮ ਜਪਦੇ ਨੇ। ਇਹ ਅੱਖਰੀ ਅਰਥ ਹੈ। ਤੇ ਫਿਰ ਭਾਵ ਅਰਥ ਕੀ ਹੈ? ਇਹਨੂੰ ਆਪਾਂ ਇਸ ਤਰ੍ਹਾਂ ਸਮਝ ਲਈਏ, 3 ਪ੍ਰਕਾਰ ਦੀ ਬੁੱਧੀ ਹੈ। ਇੱਕ ਬੁੱਧੀ ਹੈ, ਉਹਨੂੰ ਪਸ਼ੂ ਬੁੱਧੀ ਆਖਿਆ ਜਾਂਦਾ ਹੈ। ਦੂਜੀ ਬੁੱਧੀ ਹੈ, ਉਸ ਨੂੰ ਗਿਆਨ ਵਾਲੀ ਬੁੱਧੀ ਆਖਿਆ ਜਾਂਦਾ ਹੈ। ਤੀਸਰੀ ਬੁੱਧੀ ਹੈ ਜਿਹੜੀ ਉਹ ਗਿਆਨ ਵਾਲੀ ਬੁੱਧੀ ਤੋਂ ਅੱਗੇ ਹੈ, ਗਿਆਨ ਤੋਂ ਅੱਗੇ ਦੀ ਹੈ, ਉਹਨੂੰ ਆਖਿਆ ਜਾਂਦਾ ਹੈ ਭਾਵਨਾ, ਜਿੱਥੋਂ ਭਾਵ ਅਰਥ ਬਣੇ ਹਨ। ਭਾਵਨਾ ਪਸ਼ੂ ਬੁੱਧੀ ਉਹ ਬੁੱਧੀ ਹੈ ਜਿਹੜਾ ਆਪੋਂ ਕੁਝ ਨਹੀਂ ਸਿੱਖਦਾ, ਸਿਰਫ ਸਿਖਾਇਆ ਜਾਂਦਾ ਹੈ। ਜਿਵੇਂ ਪਸ਼ੂ ਹੈ, ਗਾਂ ਦਾ ਬਛੜਾ ਹੈ, ਬਛੜਾ ਕੋਈ 2-3 ਸਾਲ ਦਾ ਹੋ ਗਿਆ, ਜ਼ਿਮੀਂਦਾਰ ਨੇ ਨੱਥ ਮਾਰ ਲਈ, ਉਹਨੂੰ ਖੇਤ ਲਿਜਾਣ ਲੱਗ ਗਏ। ਹੌਲੀ ਹੌਲੀ ਫਿਰ ਥੋੜਾ ਥੋੜਾ ਉਹਦੇ ਤੇ ਵਜਨ ਵੀ ਲੱਦਣਾ ਸ਼ੁਰੂ ਕਰ ਦਿੱਤਾ ਹੈ, ਹਾਲੀ ਕੱਢਣਾ ਸ਼ੁਰੂ ਕਰ ਦਿੱਤਾ ਹੈ। ਹੁਣ ਇਹਨੂੰ जितना को आपने ज्ञान सिखाया ना, उतने ज्ञान इसके पास है, आपको इहदे पास ज्ञान नहीं हैगा। इनू खेत का रस्ता पता है, जदों गड्ढे दे विच जोड़ लिया तो ये खेत नूं खिंचेगा। दास ने वेख्या ये गड्ढे भी तोरे ने, लकड़ के टैरां वाला भी गड्ढा दास ने वेख्या भी ते तोरिया भी, ये आप वाया उसनूं। जदों बल्द जोड़ लिया करते सी, जे उन्होंने किसी होर पासे को तोड़ते तो वो धक्का करिया करते सी भी तुसी सानू गलत रस्ते ते लैके जा रहे हो। इधर तो आप अगे कभी गए नहीं। ਚੱਕੀ ਆਦਿਕ ਤੇ ਜਾਂ ਉਦੋਂ ਦੇ ਜਿਹੜੇ ਸਮੇਂ ਸਨ, ਘਰਾਟ ਆਦਿਕ ਜਾਂ ਖਰਾਸ, ਉਹਨਾਂ ਤੇ ਕਦੇ ਕਦਾਈ ਜਾਂਦੇ ਸਨ। ਤੇ ਫਿਰ ਥੋੜੀ ਜਿਹੀ ਅੱਗੇ ਜਾ ਕੇ ਇਹਨਾਂ ਪਸ਼ੂਆਂ ਨੂੰ ਸਮਝ ਆ ਜਾਣੀ ਵੀ ਹਾਂ ਇੱਧਰ ਅਸੀਂ ਕਦੇ ਕਦਾਈ ਆਉਂਦੇ ਹਾਂ। ਫਿਰ ਖਰਾਸ ਵਾਲੇ ਪਾਸੇ ਉਹਨਾਂ ਨੇ ਖਿੱਚਣਾ, ਫਿਰ ਉੱਧਰ ਮੋੜਨਾ ਤੇ ਉਹਨਾਂ ਨੇ ਆਖਣਾ ਅੱਜ ਤਾਂ ਤੁਸੀਂ ਬਿਲਕੁਲ ਹੀ ਗਲਤ ਲੈ ਕੇ ਜਾ ਰਹੇ ਹੋ। ਬਲਦਾਂ ਦੀ ਜਿਹੜੀ ਚਾਲ ਹੁੰਦੀ ਸੀ, ਤੋੜ ਹੁੰਦੀ ਸੀ, ਉਹਦੇ ਵਿੱਚ ਫਰਕ ਆ ਜਾਣਾ, ਮੱਧਮ ਹੋ ਜਾਣੀ, ਹੌਲੀ ਹੋ ਜਾਣੀ। ਕਿਉਂ? ਇਹਨਾਂ ਨੇ ਜੋ ਸਿੱਖਿਆ ਨਾ उन्ना ही इन्हों पता है, इस तो अगे इन्हों कुछ भी ज्ञान नहीं, कुछ भी पता नहीं। उतना ही काम करनगे जितना इन्होंने सीखा। तकरीबन 80% जिहड़े प्राणी ने वो इस तरह के ने, जो उन्होंने सीखा है उतना ही पता है, उस तो अगे कुछ नहीं पता। तो जे कोई उस तो अगे की गल करे तो फिर ये इस तरह ही खिंचते हैं जिमें बल्द नूं अज लगे भी खेत तो नहीं लिजा रहे, किसी होर पासे लिजा रहे हैं, गलत रस्ते ते लिजा रहे हैं। हुण तोड़न वाला मालिक के ज्ञान मालिक नूं है, मालिक नूं पता भी मेरे बल्द ने मैं इन्हां नूं गलत रस्ते ते नहीं लैके जाना। पर पशुओं नूं लगता भी अज साडा मालिक की खा के आया है, इहदे अंदर की मूर्खताई आई है, खेत अपना इधर ते लई किसी होर पासे जाते हैं। इस तरह के जिहड़े प्राणी ने ना समाज दे विच ये 80% ने। तो ये 80% नूं जदों गुरु महाराज जी सच्चे सतगुर किरपा करते हैं ना, होर ज्ञान की दात, होर रस्ता विखाना चाहते हैं सुखैन, तो फिर इस तरह लगता है भी साडे गुरु नूं
ਅੱਜ ਕੀ ਹੋ ਗਿਆ ਹੈ, ਸਾਡੇ ਮਾਲਕ ਨੂੰ ਅੱਜ ਕੀ ਹੋ ਗਿਆ। ਅੱਗੇ ਰੋਜ਼ ਤਾਂ ਅਸੀਂ ਇੱਧਰ ਨੂੰ ਤੁਰਦੇ ਸੀ ਤੇ ਅੱਜ ਅਸੀਂ ਇੱਧਰ ਨੂੰ ਤੁਰ ਪਏ ਹਾਂ। ਜਿਸ ਵਕਤ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਸਤਿਗੁਰ ਸ਼ਹੀਦ ਹੋ ਗਏ ਸਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੱਚੇ ਸਤਿਗੁਰ ਨੇ ਮੀਰੀ ਪੀਰੀ ਦੇ ਦੋਵੇਂ ਸ਼ਸਤਰ ਧਾਰਨ ਕਰ ਲਏ ਸਨ ਤੇ ਸੇਧੀ ਟੋਪੀ ਦੀ ਮਰਿਆਦਾ ਜਿਹੜੀ ਸੀ ਉਹਨੂੰ ਬੜੇ ਸਤਿਕਾਰ ਦੇ ਨਾਲ ਪਾਸੇ ਕਰਕੇ ਤੇ ਬਾਦਸ਼ਾਹ ਦੀ ਤਰ੍ਹਾਂ ਸਿਰ ਤੇ ਤਾਜ ਸਜਾਇਆ ਸੀ। ਤੇ ਉਦੋਂ ਜਿਹੜੇ ਇਸ ਤਰ੍ਹਾਂ ਦੇ 80% ਨਾ ਉਹ ਇਹ ਆਖਦੇ ਸਨ, ਇਹ ਸੋਚਦੇ ਸਨ ਵੀ ਗੁਰੂ ਮਹਾਰਾਜ ਜੀ ਇਹ ਕੀ ਕਰ ਰਹੇ ਨੇ, ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਮੇਰੇ ਖਿਆਲ ਗੱਲ ਪਕੜ ਦੇ ਵਿੱਚ ਆ ਗਈ ਹੋਣੀ ਹੈ, ਗੱਲ ਸਮਝ ਦੇ ਵਿੱਚ ਆ ਗਈ ਹੋਣੀ ਹੈ। 80% ਲੋਕ ਨੇ ਜਿਹੜੇ ਉਹ ਪਸ਼ੂ ਬੁੱਧੀ ਵਾਲੇ ਨੇ, ਉਹਨੂੰ ਪਸ਼ੂ ਬੁੱਧੀ ਆਖਿਆ। ਜਿਤਨਾ ਕੋ ਪਤਾ ਹੈ ਬਸ ਉਤਨਾ ਕੋਈ ਪਤਾ ਹੈ। ਜਿਹੜੇ ਰਸਤੇ ਤੇ ਰੋਜ਼ ਤੁਰਦੇ ਆ ਉਸੇ ਰਸਤੇ ਦਾ ਹੀ ਪਤਾ ਹੈ ਤੇ ਉਸੇ ਰਸਤੇ ਦੇ ਨਾਲ ਹੀ ਮੋਹ। ਬਾਕੀ ਜਿਹੜੇ ਉਸ ਪਰਮਾਤਮਾ ਦੇ ਮਾਰਗ ਨੇ, ਰਸਤੇ ਨੇ, ਜਿਨ੍ਹਾਂ ਦੇ ਵਿੱਚ ਉਹਨੇ ਪਰਮਾਤਮਾ ਨੇ ਸਾਨੂੰ ਹੋਰ ਗਿਆਨ ਦੇਣਾ ਹੈ, ਹੋਰ ਸੋਝੀ ਦੇਣੀ ਹੈ, ਉਸ ਪਾਸੇ ਜੇ ਸਾਡਾ ਗੁਰੂ ਸਾਨੂੰ ਤੋਰ ਨਾ ਕਰੇ ਤੇ ਫਿਰ ਅਸੀਂ ਨਹੀਂ ਤੁਰਦੇ, ਫਿਰ ਅਸੀਂ ਨਿਰਸਰਦਕ ਹੋ ਜਾਂਦੇ ਹਾਂ, ਸਰਦਾ ਘਟ ਜਾਂਦੀ ਹੈ। ਗੁਰੂ ਮਹਾਰਾਜ ਜੀ ਪਹਿਲੂ ਤਾਂ ਨਾਮ ਜਪਾਉਂਦੇ ਸੀ, ਬੰਦਗੀ ਕਰਵਾਉਂਦੇ ਸੀ ਤੇ ਆ ਹੁਣ ਤਲਵਾਰਾਂ ਚੁਕਾ ਲਈਆਂ ਨੇ, ਖੰਡੇ ਚੁਕਾ ਲਏ ਨੇ। ਇਸ ਤੋਂ ਅੱਗੇ ਦੀ ਦੂਜੀ ਦੁਨੀਆ ਜਿਹੜੀ ਇਹ ਤਕਰੀਬਨ 18% ਤੇ ਇਹਨੂੰ ਆਖਿਆ ਜਾਂਦਾ ਗਿਆਨ ਵਾਲੀ ਬੁੱਧੀ। ਜੋ ਸਿੱਖਿਆ ਹੈ ਉਹ ਤਾਂ ਹੈ ਹੀ, ਉਸ ਤੋਂ ਅੱਗੇ ਆਪਣੇ ਆਪ ਵੀ ਕੁਝ ਪੜ੍ਹ ਕੇ, ਕੁਝ ਵੇਖ ਕੇ ਗਿਆਨ ਤੇ ਸੋਝੀ ਆ ਗਈ ਹੈ, ਕੁਝ ਸਿੱਖਿਆ ਆ ਗਈ ਹੈ। ਇਸ ਤਰ੍ਹਾਂ ਦੇ ਜਿਹੜੇ ਪ੍ਰਾਣੀ ਨੇ ਉਹ 18% ਨੇ। ਥੋੜਾ ਜਿਹਾ ਪੜ੍ਹ ਲਿਆ ਤੇ ਅੰਦਰ ਗਿਆਨ ਹੈ ਜਿਹੜਾ ਥੋੜਾ ਜਿਹਾ ਪੜ੍ਹਨ ਦੇ ਨਾਲ ਬੜਾ ਵਿਸਤਾਰ ਹੋ ਗਿਆ, ਬਹੁਤ ਜ਼ਿਆਦਾ ਗਿਆਨ ਆ ਗਿਆ। ਆਪਣੇ ਆਪ ਹੀ ਅੰਦਰੋਂ ਹੋਰ ਤੇ ਹੋਰ ਗਿਆਨ ਦੀ ਖੋਜ ਹੋਈ ਜਾਣੀ। ਇਹਨੂੰ ਆਖਿਆ ਜਾਂਦਾ ਹੈ ਗਿਆਨ ਵਾਲੀ ਬੁੱਧੀ। ਇਸ ਤਰ੍ਹਾਂ ਦੇ 18% ਪ੍ਰਾਣੀ ਨੇ। ਪਿੱਛੇ ਰਹਿ ਕੇ 2% ਪ੍ਰਾਣੀ ਇਹ ਹੁਣ ਗਿਆਨ ਦੀ ਦੁਨੀਆ ਤੋਂ ਅੱਗੇ ਲੰਘ ਗਏ ਨੇ, ਭਾਵਨਾ ਦੀ ਦੁਨੀਆ ਦੇ ਵਿੱਚ ਜਿਉਂਦੇ ਨੇ। ਇਹਨੂੰ ਆਪਾਂ ਸਮਝਣਾ ਹੈ, ਇੱਥੋਂ ਪਤਾ ਲੱਗੇਗਾ ਕਿ ਭਾਵ ਅਰਥ ਕੀ ਹੈ। ਇਹ ਭਾਵਨਾ ਦੀ ਦੁਨੀਆ ਦੇ ਵਿੱਚ ਜਿਉਂਦੇ ਨੇ। ਜਿਵੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਆਉਂਦਾ ਹੈ, ਭਾਈ ਗੁਰਦਾਸ ਜੀ ਦਰਜ ਕਰਦੇ ਨੇ, ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਸ਼ਬਦ ਸਿਖਾਏਗਾ। ਭਾਈ ਗੁਰਦਾਸ ਜੀ ਲਿਖਦੇ ਨੇ ਵੀ 100 ਘਾਰੇ ਦਿਨ ਜਿਹੜਾ ਉਹ ਸੋਨੇ ਵਰਗਾ ਤਿਆਰ ਕਰਕੇ ਜਾਂ ਸੋਨੇ ਦਾ ਤਿਆਰ ਕਰਕੇ ਤੇ ਉਹ ਦਾਨ ਦੇ ਵਿੱਚ ਦਿੱਤਾ ਜਾਵੇ ਨਾ ਗਰੀਬਾਂ ਨੂੰ ਰਹਿਣ ਵਾਸਤੇ। ਭਾਈ ਗੁਰਦਾਸ ਜੀ ਦੀ ਲਿਖਤ ਤੇ ਭਾਈ ਗੁਰਦਾਸ ਜੀ ਲਿਖਦੇ ਨੇ 100 ਘਾਰੇ ਜਿਹੜਾ ਉਹ ਤਿਆਰ ਕੀਤਾ ਜਾਵੇ, ਬੜਾ ਸੋਹਣਾ ਸੋਨੇ ਵਰਗਾ ਜਾਂ ਸੋਨੇ ਦਾ ਤਿਆਰ ਕੀਤਾ ਜਾਵੇ ਤੇ ਉਹ 100 ਦਾ 100 ਘਰ, 100 ਪਰਿਵਾਰ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਪਾਸ ਰਹਿਣ ਨੂੰ ਘਰ ਨਹੀਂ, ਉਹਨਾਂ ਨੂੰ ਦਿੱਤਾ ਜਾਵੇ ਤੇ ਜਿੰਨਾ ਉਸ ਦਾ ਪੁੰਨ ਪ੍ਰਾਪਤ ਹੁੰਦਾ ਹੈ ਨਾ, ਤੈਸਾ ਪੁੰਨ ਸਿੱਖ ਕੋ ਸ਼ਬਦ ਸਿਖਾਏਗਾ। ਉਤਨਾ ਪੁੰਨ ਨੇ ਜਿਹੜਾ ਜਦੋਂ ਅਸੀਂ ਕਿਸੇ ਗੁਰਸਿੱਖ ਨੂੰ ਗੁਰਬਾਣੀ ਦਾ ਇੱਕ ਸ਼ਬਦ ਪੜ੍ਹਨਾ ਸਿਖਾ ਦਿੰਦੇ ਹਾਂ ਨਾ, ਇਤਨਾ ਫਲ ਹੁੰਦਾ ਹੈ। ਇਹ ਹੈ ਭਾਵਨਾ ਦੀ ਦੁਨੀਆ। ਹੁਣ ਭਾਈ ਗੁਰਦਾਸ ਜੀ ਦੇ ਅੰਦਰ ਗੁਰਸਿੱਖੀ ਦਾ ਪ੍ਰਸਾਰ ਕਰਨ ਦੀ ਇਤਨੀ ਜ਼ਿਆਦਾ ਭਾਵਨਾ ਹੈ ਕਿ ਉਹ ਸਾਨੂੰ ਉਤੇਜਿਤ ਕਰ ਰਹੇ ਨੇ, ਗੁਰਮੁਖ ਪਿਆਰਿਓ ਜ਼ਿਆਦਾ ਤੋਂ ਜ਼ਿਆਦਾ ਗੁਰਬਾਣੀ ਦੇ ਨਾਲ ਗੁਰਸਿੱਖਾਂ ਨੂੰ ਆਪਾਂ ਜੋੜਨਾ ਕਰੀਏ ਤੇ ਜ਼ਿਆਦਾ ਤੋਂ ਜ਼ਿਆਦਾ ਗੁਰਬਾਣੀ ਜਿਹੜੀ ਇਹ ਪੜ੍ਹੀ ਤੇ ਸੁਣੀ ਜਾਵੇ। ਜ਼ਿਆਦਾ ਤੋਂ ਜ਼ਿਆਦਾ ਸਾਨੂੰ ਗੁਰਬਾਣੀ ਦਾ ਗਿਆਨ ਹੋਵੇ, ਜਿਸ ਦੇ ਨਾਲ ਧੰਨ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਗਿਆ ਜਿਹੜਾ ਪੰਥ ਹੈ ਨਾ, ਇਹ ਜ਼ਿਆਦਾ ਤੋਂ ਜ਼ਿਆਦਾ ਵਿਸਤ੍ਰਿਤ ਹੋਵੇ। ਇਹਨੂੰ ਆਖ ਦਿੰਦੇ ਨੇ ਭਾਵਨਾ। ਇਹ ਭਾਵਨਾ ਹੈ। ਇਸੇ ਤਰ੍ਹਾਂ ਇੱਕ ਰਾਜਾ ਹੋਇਆ ਹੈ, ਬਲ ਰਾਜਾ, ਜਿਵੇਂ ਜਨਕ ਵਧਈ ਰਾਜਾ ਹੋਇਆ ਹੈ। ਇਹ ਰਾਜਾ ਸੀ ਪਰ ਹੈ ਸੀ
ਬਦੇਹ ਮੁਕਤ ਭਾਵ ਜੀਵਨ ਦੇ ਵਿੱਚ ਇਹਨੇ ਮੁਕਤੀ ਨੂੰ ਪ੍ਰਾਪਤ ਕਰ ਲਿਆ ਸੀ। ਜਿਉਂਦੇ ਜੀ ਇਹਨੇ ਮੁਕਤੀ ਨੂੰ ਲੈ ਲਿਆ ਸੀ, ਜਿਉਂਦਾ ਹੀ ਮੁਕਤ ਹੋਇਆ ਸੀ। ਇਹ ਬਲ ਰਾਜਾ ਲਿਖਦਾ ਹੈ ਆਪਣੀ ਲਿਖਤ ਦੇ ਵਿੱਚ। ਚਲੋ ਉਦੋਂ ਸੰਸਕ੍ਰਿਤ ਜ਼ਿਆਦਾ ਚੱਲਦੀ ਸੀ ਤੇ ਮੈਂ ਆਪ ਜੀ ਨੂੰ ਅਰਥ ਹੀ ਸਮਝਾ ਦਿਆਂ, ਮੈਨੂੰ ਦੋਹਰੀ ਖੇਚਲਾ ਨਾ ਕਰਨੀ ਪਵੇ। ਪਹਿਲੂ ਸ਼ਲੋਕ ਪੜਾਂਗਾ ਸੰਸਕ੍ਰਿਤੀ ਦੇ ਵਿੱਚ, ਫਿਰ ਉਹਦੇ ਅਰਥ ਕਰਕੇ ਸਮਝਾਵਾਂਗਾ। ਮੈਂ ਸਿੱਧੇ ਹੀ ਅਰਥ ਦੱਸ ਦਿਆਂ। ਇਹ ਲਿਖਦਾ ਹੈ ਵੀ ਕੋਈ ਪੁੰਨ ਕਰ ਰਿਹਾ ਹੋਵੇ ਕਿਸੇ ਮੰਦਰ ਦੇ ਵਿੱਚ, ਕਿਸੇ ਮਸਜਿਦ ਦੇ ਵਿੱਚ, ਜਾਂ ਕਿਸੇ ਗਰੀਬ ਨੂੰ ਉਹ ਪੁੰਨ ਕਰ ਰਿਹਾ ਹੋਵੇ ਤੇ ਉਹਨੂੰ ਜਿਹੜਾ ਮਨੁੱਖ ਮਨਾ ਕਰ ਦਿੰਦਾ ਹੈ, ਨੰਬਰ 1। ਨੰਬਰ 2, ਜਿਹੜਾ ਕੋਈ ਕਿਸੇ ਬਜ਼ੁਰਗ ਦੀ, ਕਿਸੇ ਸਾਧੂ ਸੰਤ ਦੀ, ਕਿਸੇ ਧਾਰਮਿਕ ਅਸਥਲ ਦੀ ਸੇਵਾ ਕਰ ਰਿਹਾ ਹੋਵੇ, ਇਹ ਦੂਜਾ ਨੰਬਰ ਹੈ। ਪਹਿਲਾ ਪੁੰਨ ਕਰਨਾ, ਪੁੰਨ ਕਹਿ ਲਓ, ਦਾਨ ਕਹਿ ਲਓ। ਕੋਈ ਧਾਰਮਿਕ ਸੰਸਥਾ ਹੈ, ਉਹਨੂੰ ਦਾਨ ਕਰ ਰਹੀ ਹੈ, ਕਿਸੇ ਗਰੀਬ ਨੂੰ ਦਾਨ ਕਰ ਰਹੀ ਹੈ, ਕਿਸੇ ਸੰਤ ਮਹਾਤਮਾ ਨੂੰ ਦਾਨ ਕਰ ਰਹੀ ਹੈ, ਇਹਨੂੰ ਇੱਕ ਆਖੀ ਹੈ। ਦੂਜੇ ਨੰਬਰ ਤੇ ਉਹਨੇ ਆਖੀ ਹੈ ਸੇਵਾ ਕਰ ਰਹੀ ਹੈ ਪਰਉਪਕਾਰ ਦੀ ਭਾਵਨਾ ਦੇ ਨਾਲ। ਕਿਸੇ ਗਰੀਬ ਦੀ ਸੇਵਾ ਕਰ ਰਹੀ ਹੈ, ਕਿਸੇ ਬਜ਼ੁਰਗ ਦੀ ਸੇਵਾ ਕਰ ਰਹੀ ਹੈ, ਕਿਸੇ ਧਾਰਮਿਕ ਸਥਲ ਦੀ ਸੇਵਾ ਕਰ ਰਹੀ ਹੈ, ਜਾਂ ਸੇਵਾ ਕਰ ਰਹੀ ਹੈ ਸਮਾਜ ਦੀ। ਨੰਬਰ 2। ਨੰਬਰ 3, ਬੰਦਗੀ ਕਰ ਰਹੀ ਹੈ, ਸਿਮਰਨ ਕਰ ਰਹੀ ਹੈ, ਪਰਮਾਤਮਾ ਦਾ ਜਸ ਕਰ ਰਹੀ ਹੈ। ਇਹ 3 ਪ੍ਰਾਣੀਆਂ ਨੂੰ ਜਿਹੜਾ ਰੋਕਦਾ ਹੈ ਉਹਦੀ ਨਿਗਾਹ ਨਹੀਂ ਰਵੇਗੀ, ਉਹ ਅੰਨਾ ਹੋਏਗਾ, ਉਹਨੇ ਅੰਨਾ ਹੋ ਜਾਣਾ ਹੈ। ਮੈਂ ਇੱਕ ਵਾਰੀ ਫਿਰ ਦੁਹਰਾ ਦਿਆਂ। ਬਲ ਰਾਜਾ ਨੇ ਆਪ ਦੇ ਅਨੁਭਵ ਦੇ ਨਾਲ ਲਿਖਿਆ ਹੈ ਕਿ ਕੋਈ ਕਿਤੇ ਦਾਨ ਕਰ ਰਿਹਾ ਹੈ, ਉਹਨੂੰ ਰੋਕਿਆ ਜਾਵੇ। ਮੰਨ ਲਓ ਗੁਰੂ ਘਰ ਕੋਈ ਗੁਰੂ ਸਵਾਰਾ ਹੈ, ਉਹ ਆਖਦਾ ਜੀ ਮੈਂ ਚਾਹ ਦਾ ਲੰਗਰ ਛਕਾਣਾ ਹੈ, ਤੇ ਮੈਂ ਕਹਿ ਦਿਆਂ ਇੱਥੇ ਤਾਂ ਸਾਰਾ ਦਿਨ ਹੀ ਚਾਹ ਬਣਦੀ ਰਹਿੰਦੀ ਹੈ, ਇਹ ਮੈਂ ਉਹਨੂੰ ਦਾਨ ਕਰਨ ਤੋਂ ਰੋਕ ਦਿੱਤਾ ਹੈ। ਕੋਈ ਗੁਰੂ ਘਰ ਦੇ ਵਿੱਚ ਝਾੜੂ ਲੈ ਕੇ ਸੇਵਾ ਕਰੀ ਜਾਂਦਾ, ਮੈਂ ਕਹਿ ਦਿੱਤਾ ਪੱਤੇ ਤੇ ਸਾਰਾ ਦਿਨ ਹੀ ਡਿੱਗੀ ਜਾਣੇ ਨੇ, ਤੂੰ ਸਾਰਾ ਦਿਨ ਲੈ ਕੇ ਭੁੱਖਰ ਫਿਰਦਾ ਰਹੇਗਾ, ਕਿ ਮੈਂ ਉਹਨੂੰ ਸੇਵਾ ਕਰਨ ਤੋਂ ਰੋਕ ਦਿੱਤਾ ਹੈ। ਕੋਈ ਬਾਣੀ ਪੜ੍ਹ ਰਹੀ ਹੈ, ਮੈਨੂੰ ਕਹਿਤਾ ਹੈ ਬਾਣੀ ਪੜ੍ਹਨ ਨੂੰ ਕੀ ਹੈ, ਚੱਲ ਚੱਕ ਖੜਾ ਹੋ, ਆ ਕੰਮ ਕਰ ਲੈ ਇਸ ਤਰ੍ਹਾਂ, ਜਾਂ ਮੈਨੂੰ ਨਵਾ, ਮੇਰੇ ਕੱਪੜੇ ਧੋ, ਇਹਨੂੰ ਮੈਂ ਬਾਣੀ ਪੜ੍ਹਨ ਤੋਂ, ਨਿਤਨੇਮ ਸਿਮਰਨ ਕਰਨ ਤੋਂ ਰੋਕ ਦਿੱਤਾ ਹੈ। ਇਹ ਬਲ ਰਾਜੇ ਦੀ ਲਿਖਤ ਤੇ ਕਹਿੰਦਾ ਇਸ ਤਰ੍ਹਾਂ ਦੇ ਜਿਹੜੇ ਪ੍ਰਾਣੀ ਹੁੰਦੇ ਨੇ ਉਹ ਅੰਨੇ ਹੋਣਗੇ। ਪਹਿਲੀ ਗੱਲ ਤਾਂ ਇਸੇ ਜਨਮ 'ਚ ਹੋ ਜਾਣਗੇ, ਨਹੀਂ ਤਾਂ ਅਗਲਾ ਜਨਮ ਹੈ ਜਿਹੜਾ ਇਹਨੂੰ ਅੰਨਿਆਂ ਦਾ ਮਿਲੇਗਾ, ਇਹਨਾਂ ਨੂੰ ਨਿਗਾਹ ਨਹੀਂ ਮਿਲੇਗੀ। ਪਰਮਾਤਮਾ ਦਾ ਇਹ ਰੂਲ ਹੈ ਕਿ ਜਿਹੜਾ ਵੀ ਇਸ ਤਰ੍ਹਾਂ ਦਾ ਕੰਮ ਕਰੇਗਾ ਫਿਰ ਉਹਦੀ ਸਜ਼ਾ ਉਹਨੂੰ ਨਿਗਾਹ ਨਹੀਂ ਮਿਲੇਗੀ, ਉਹ ਅੰਨਾ ਜਨਮ ਲਵੇਗਾ। ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਅੱਜ ਦਾ ਜੋ ਇਹ ਸ਼ਬਦ ਹੈ, ਜੋ ਪੌੜੀ ਹੈ, ਇਹਦੇ ਵਿੱਚ ਤੋਕ ਆਈ ਹੈ 3 ਨਾਹੇ ਨਰਕ ਨਿਵਾਸ, ਜਿੱਥੇ ਮੈਂ ਗੱਲ ਲੈ ਕੇ ਆਉਣੀ ਸੀ। ਇਹ ਵੀ ਹੁਣ ਗੁਰੂ ਮਹਾਰਾਜ ਜੀ ਸਾਨੂੰ ਦੱਸਦੇ ਨੇ ਪਰਮਾਤਮਾ ਦੇ ਰੂਲ, ਪਰਮਾਤਮਾ ਦੇ ਨਿਯਮ। ਜਿਵੇਂ ਬਲ ਰਾਜਾ ਨੇ ਦੱਸਿਆ, 3 ਗੱਲਾਂ ਦੱਸੀਆਂ ਨੇ। ਕਹਿੰਦਾ ਅੰਨਾ ਜਨਮ ਲਵੇਗਾ, ਪਸ਼ੂ ਬਣੇਗਾ ਫਿਰ ਵੀ ਅੰਨਾ, ਜਿਹੜੀ ਵੀ ਜੂਨ ਦੇ ਵਿੱਚ ਜਾਏਗਾ ਉਹ ਅੰਨਾ ਹੀ ਹੋਏਗਾ। ਪਰਮਾਤਮਾ ਕਹੇਗਾ ਨਾ ਤੂੰ ਦਾਨ ਕਰਦੇ ਨੂੰ ਵੇਖ ਤੇ ਨਾ ਤੂੰ ਉਹਨੂੰ ਰੋਕੇ, ਨਾ ਤੂੰ ਸੇਵਾ ਕਰਦੇ ਨੂੰ ਵੇਖ ਤੇ ਨਾ ਤੂੰ ਉਹਨੂੰ ਰੋਕੇ, ਨਾ ਬਾਣੀ ਪੜ੍ਹਦੇ ਸਿਮਰਨ ਕਰਦੇ ਨੂੰ ਵੇਖ ਤੇ ਨਾ ਤੂੰ ਉਹਨੂੰ ਰੋਕੇ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਵੀ ਆਪਣੇ ਅਨੁਭਵ ਦੇ ਨਾਲ ਇਹ ਭਾਵਨਾ ਉਚਾਰਨ ਕੀਤੀ ਹੈ ਵੀ ਗੁਰਸਿੱਖ ਜਿਹੜਾ ਜਦੋਂ ਗੁਰਸਿੱਖ ਨੂੰ ਸੰਥਿਆ ਕਰਾਂਦਾ ਤੇ 100 ਮਕਾਨ ਦਾ ਜਿਹੜਾ ਫਲ ਹੈ ਨਾ ਉਹਨੂੰ ਪ੍ਰਾਪਤ ਹੁੰਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੇ ਵਿੱਚ ਇਹ ਅੰਦਰ ਭਾਵਨਾ ਆ ਗਈ ਵੀ ਜਿਤਨੇ ਵੀ ਮੇਰੇ ਰਾਜ ਦੇ ਵਿੱਚ ਰਹਿ ਰਹੇ ਨੇ, ਭਾਵੇਂ ਉਹ ਗੁਰਸਿੱਖ ਹੈ ਭਾਵੇਂ ਮੁਸਲਮਾਨ ਹੈ, ਉਹ ਕੋਈ ਵੀ ਅਨਪੜ੍ਹ ਨਹੀਂ ਹੋਣਾ ਚਾਹੀਦਾ, ਸਾਰੇ ਪੜ੍ਹੇ ਲਿਖੇ ਹੋਣੇ ਚਾਹੀਦੇ ਨੇ। ਤੇ ਮਹਾਰਾਜਾ ਰਣਜੀਤ ਸਿੰਘ ਨੇ ਨਾ ਸਾਰੇ ਘਰਾਂ ਦੇ ਵਿੱਚ ਇੱਕ ਕਾਇਦਾ ਸੀ ਜਿਹੜਾ ਉਸ ਸਮੇਂ ਦਾ ਉਹ ਵੰਡ ਦਿੱਤਾ ਫਰੀ ਦੇ ਵਿੱਚ। ਜਦੋਂ ਫਿਰ ਅੰਗਰੇਜ਼ ਆਏ ਸਨ ਤੇ ਅੰਗਰੇਜ਼ਾਂ ਨੇ ਆਖਿਆ ਵੀ ਆਪਾਂ ਇਹਨਾਂ ਤੇ ਰਾਜ ਕਰਨਾ ਹੈ ਤੇ
ਸਾਨੂੰ ਨਹੀਂ ਲੱਗਦਾ ਵੀ ਅਸੀਂ ਇਹਨਾਂ ਤੇ ਰਾਜ ਕਰ ਲਵਾਂਗੇ। ਇਹਨਾਂ ਨੇ ਇੱਕ ਮੀਟਿੰਗ ਬਿਠਾਈ। ਜਦੋਂ ਮੀਟਿੰਗ ਬਿਠਾਈ ਤੇ ਉਸ ਦੇ ਵਿੱਚ ਇਹ ਸਿੱਧ ਹੋਇਆ, ਕਿਉਂਕਿ ਸਾਡੇ ਵਿੱਚੋਂ ਹੀ ਨੇ ਜਿਹੜੇ ਸਾਡਾ ਨਾਸ ਕਰਨ ਵਾਲੇ ਨੇ, ਸਾਡੀਆਂ ਜੜ੍ਹਾਂ ਨੂੰ ਦਾਤੀ ਫੇਰਨ ਵਾਲੇ ਨੂੰ ਸਾਡੇ ਵਿੱਚ ਹੀ ਨੇ, ਬਾਹਰੋਂ ਨਹੀਂ। ਸਾਡੇ ਵਿੱਚੋਂ ਕਿਸੇ ਨੇ ਦੱਸ ਦਿੱਤਾ ਬਈ ਜੇ ਇਹ ਲਿਖਤ ਦੇ ਨਾਲੋਂ, ਗੁਰਬਾਣੀ ਦੇ ਨਾਲੋਂ, ਆਪਣੀ ਮਾਂ ਬੋਲੀ ਦੇ ਨਾਲੋਂ ਟੁੱਟ ਜਾਣ ਨਾ, ਤੇ ਫਿਰ ਇਹਨਾਂ ਤੇ ਰਾਜ ਕੀਤਾ ਜਾ ਸਕਦਾ ਹੈ। ਜੇ ਗੁਰਬਾਣੀ ਦੇ ਨਾਲੋਂ ਟੁੱਟ ਜਾਣ ਤੇ ਫਿਰ ਇਹਨਾਂ ਤੇ ਰਾਜ ਕੀਤਾ ਜਾ ਸਕਦਾ। ਹੁਣ ਗੁਰਬਾਣੀ ਦੇ ਨਾਲੋਂ ਕਿਵੇਂ ਟੁੱਟਣ, ਜੇ ਅਨਪੜ੍ਹ ਹੋਣਗੇ ਤਾਂ। ਇਹਨਾਂ ਅੰਗਰੇਜ਼ਾਂ ਨੇ ਫਿਰ ਉਸ ਸਮੇਂ ਇੱਕ ਮਹਾਰਾਜਾ ਰਣਜੀਤ ਸਿੰਘ ਦੁਆਰਾ ਵੰਡਿਆ ਗਿਆ ਫਰੀ ਵਾਲਾ ਜਿਹੜਾ ਕਾਇਦਾ ਹੈ 50 ਪੈਸੇ ਦੇ ਵਿੱਚ ਵਾਪਸ ਲਿਆ ਸੀ। ਇਹਨਾਂ ਨੇ ਐਲਾਨ ਕਰਤਾ ਵੀ ਜਿਹਦੇ ਕੋਲ ਕਾਇਦਾ ਸਾਨੂੰ ਦੇ ਦਿਓ, ਤੁਹਾਨੂੰ 50 ਪੈਸੇ ਦਿੰਦੇ ਆ। ਮਹਾਰਾਜਾ ਰਣਜੀਤ ਸਿੰਘ ਦੀ ਭਾਵਨਾ ਸੀ ਗੁਰਬਾਣੀ ਦੇ ਨਾਲ ਜੋੜਨ ਦੀ, ਤੇ ਇਹਨਾਂ ਦੀ ਭਾਵਨਾ ਸੀ ਗੁਰਬਾਣੀ ਦੇ ਨਾਲੋਂ ਤੋੜਨ ਦੀ। ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਦੇ ਕਈ ਸ਼ਬਦ ਦਰਜ ਨੇ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਵੀ ਕਿਸਾਨ ਨੇ ਉਹ ਖੇਤੀ ਕਰਦਾ ਹੈ। ਹੁਣ ਉਹਦੀ ਭਾਵਨਾ ਕੀ ਹੁੰਦੀ ਹੈ? ਉਹਦੀ ਭਾਵਨਾ ਹੁੰਦੀ ਮੇਰਾ ਪੁੱਤ ਧੀਆਂ ਖਾਏ, ਮੇਰੇ ਪੁੱਤਰ ਨੇ ਜਿਹੜੇ, ਮੇਰੇ ਧੀਆਂ ਨੇ ਜਿਹੜੀਆਂ, ਜੋ ਇਸ ਦੇ ਵਿੱਚੋਂ ਉੱਗੇਗਾ ਨਾ ਉਹ ਖਾਣਗੀਆਂ, ਜੋ ਇਸ ਦੇ ਵਿੱਚੋਂ ਉੱਗੇਗਾ ਉਹ ਖਾਣਗੀਆਂ। ਤਿੰਨ ਨਾਹੇ ਨਰਕ ਨਿਵਾਸ। ਹੁਣ ਇਹਦਾ ਭਾਵ ਅਰਥ ਇਹ ਹੈ ਵੀ ਗੁਰਸਿੱਖੋ ਤੁਸੀਂ ਨਾਮ ਜਪੋ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੀ ਭਾਵਨਾ ਕੀ ਹੈ? ਮੇਰੇ ਗੁਰਸਿੱਖ ਨੇ ਜਿਹੜੇ ਉਹ ਨਾਮ ਜਪਣ ਤੇ ਨਰਕ ਦੇ ਵਿੱਚ ਨਾ ਜਾਣ। ਇਹਨੂੰ ਆਖਦੇ ਨੇ ਭਾਵ ਅਰਥ। ਇਹ ਭਾਵ ਅਰਥ ਬਣ ਗਿਆ। ਤਿੰਨ ਨਾਹੇ ਨਰਕ ਨਿਵਾਸ, ਤਿੰਨ ਨਾਹੇ ਨਰਕ ਨਿਵਾਸ, ਨਿਤ ਸਿਮਰ ਪ੍ਰਭ ਗੁਣ ਦਾਸ। ਇਹ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਸਾਨੂੰ ਪ੍ਰੇਮ ਭਰੀ ਭਾਵਨਾ ਦੇ ਨਾਲ ਸੰਦੇਸ਼ ਦੇਣਾ ਕੀਤਾ ਹੈ ਵੀ ਗੁਰਸਿੱਖੋ ਸਿਮਰਨ ਕਰਿਆ ਕਰੋ, ਨਾਮ ਜਪਿਆ ਕਰੋ, ਬਾਣੀ ਦੇ ਨਾਲ ਜੁੜੇ ਰਹੋ, ਤੇ ਇਸ ਦੇ ਨਾਲ ਤੁਹਾਨੂੰ ਨਰਕ ਦੇ ਵਿੱਚ ਵਾਸਾ ਨਹੀਂ ਹੋਏਗਾ, ਤੁਸੀਂ ਨਰਕ ਦੇ ਵਿੱਚ ਨਹੀਂ ਜਾਓਗੇ। ਇਸੇ ਤਰ੍ਹਾਂ ਭਗਤ ਜੀ ਹੋਏ ਨੇ, ਭਗਤ ਰਵਿਦਾਸ ਜੀ। ਇਹ ਹੈਗੇ ਚਮਿਆਰ ਸਨ, ਤੇ ਇਹ ਪ੍ਰਭੂ ਪਰਮਾਤਮਾ ਦਾ ਜਸ ਗਾਇਨ ਕਰਿਆ ਕਰਦੇ ਸਨ, ਤੇ ਨਾਲ ਕਹਿ ਦਿਆ ਕਰਦੇ ਸਨ ਬੜਾ ਬੇਅੰਤ, ਤੇ ਕਿਉਂਕਿ ਭਾਵਨਾ ਨੂੰ ਭਾਗ ਲੱਗਦੇ ਨੇ। ਭਾਵਨਾ ਇਹ ਸੀ ਵੀ ਉਸ ਪਰਮਾਤਮਾ ਦਾ ਜਿਹੜਾ ਮੈਂ ਜਸ ਗਾਇਨ ਕਰ ਰਿਹਾ ਨਾ, ਉਹਦਾ ਜਸ ਗਾਇਨ ਕਰਕੇ ਮੇਰੇ ਤੋਂ ਅੰਤ ਨਹੀਂ ਪਾਇਆ। ਤੇ ਫਿਰ ਪੰਡਤਾਂ ਨੇ ਪੁੱਛਿਆ ਜਾਂ ਹੋਰ ਮੇਰੇ ਵਰਗਿਆਂ ਨੇ ਪੁੱਛਿਆ ਵੀ ਜਦੋਂ ਉਹਦਾ ਅੰਤ ਹੀ ਕੋਈ ਨਹੀਂ ਤੇ ਫਿਰ ਤੂੰ ਜਸ ਕਾਹਦੇ ਵਾਸਤੇ ਕਰਦਾ ਹੈ? ਗੁਰਬਾਣੀ ਦੇ ਅੰਦਰ ਦਰਜ ਕਰਦੇ ਨੇ ਜੋਗੀ ਸਰ ਪਾਵੇ ਨਹੀਂ ਤੋ ਗੁਣ ਕਥਨ ਅਪਾਰ। हे ਵਾਹਿਗੁਰੂ ਤੇਰੇ ਗੁਣ ਨੇ ਜਿਹੜੇ, ਇਹਨਾਂ ਦਾ ਅੰਤ ਤਾਂ ਕੋਈ ਨਹੀਂ। ਸ਼ਿਵ ਜੀ ਬ੍ਰਹਮਾ ਜਿਹੜੇ ਵੱਡੇ ਵੱਡੇ ਜੋਗੀ ਸਰ ਹੋਏ ਨੇ ਨਾ, ਉਹਨਾਂ ਤੋਂ ਵੀ ਤੇਰੇ ਗੁਣਾਂ ਦਾ ਅੰਤ ਜਿਹੜਾ ਉਹ ਨਹੀਂ ਪਾਇਆ ਗਿਆ। ਤੇ ਫਿਰ ਭਗਤ ਜੀ ਤੁਸੀਂ ਕਿਉਂ ਗਾਇਨ ਕਰ ਰਹੇ ਹੋ? ਪ੍ਰੇਮ ਭਗਤ ਕੈ ਕਾਰਨੇ ਕਹਿ ਰਵਿਦਾਸ ਚਮਾਰ। ਭਗਤ ਜੀ ਕਹਿੰਦੇ ਨੇ ਵੀ ਮੇਰਾ ਪ੍ਰਮਾਤਮਾ ਦੇ ਨਾਲ ਪ੍ਰੇਮ ਵੱਧ ਜਾਏ। ਪ੍ਰੇਮ ਭਗਤ ਕੇ ਕਾਰਨੇ ਕਿ ਮੇਰੀ ਪ੍ਰੇਮਾ ਭਗਤੀ ਹੈ ਨਾ ਜਿਹੜੀ ਪ੍ਰਭੂ ਪਰਮਾਤਮਾ ਦੇ ਨਾਲ, ਉਹ ਵੱਧ ਜਾਵੇ, ਤੇ ਉਹ ਵੱਧ ਜਾਵੇ ਜਿਸ ਕਰਕੇ ਮੈਂ ਉਸ ਪਰਮਾਤਮਾ ਦੇ ਜਸ ਨੂੰ ਗਾਇਨ ਕਰ ਰਿਹਾ। ਤੇ ਤੀਸਰਾ ਰਹਿ ਗਿਆ ਅੰਤਰੀ ਵਰਤ। ਅੱਜ ਥੋੜਾ ਸਮਾਂ ਇਜਾਜ਼ਤ ਨਹੀਂ ਦਿੰਦਾ, ਫਿਰ ਕਿਸੇ ਦਿਨ ਇਹ ਅੰਤਰੀ ਵਰਤ ਵੀ ਸਮਝ ਲਵਾਂਗੇ। ਅੱਜ ਦੇ ਲਈ ਅਖਰੀ ਅਰਥ ਤੇ ਭਾਵ ਅਰਥ, ਜਿੱਥੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੀ ਭਾਵਨਾ ਹੁੰਦੀ ਹੈ, ਜਿਵੇਂ ਇੱਕ ਪਿਤਾ ਦੀ ਭਾਵਨਾ ਹੁੰਦੀ, ਉਹ ਖੇਤੀ ਕਰਦਾ ਹੈ ਤੇ ਉਹਦੀ ਭਾਵਨਾ ਇਹ ਹੈ। ਇੱਥੇ ਉਹਨੂੰ ਗਿਆਨ ਨਹੀਂ ਹੈਗਾ। ਮੈਂ ਇੱਕ ਵਾਰੀ ਫਿਰ ਦੱਸ ਦਿਆਂ, ਪਸ਼ੂ ਬੁੱਧੀ ਹੈ ਜਿਹੜੀ 80% ਪ੍ਰਾਣੀਆਂ ਦੇ ਵਿੱਚ ਜਿਹੜੇ ਪਸ਼ੂ ਬੁੱਧੀ ਦੇ ਨਾਲ ਅਸੀਂ ਜੀ ਰਹੇ ਹਾਂ, ਤੇ 18% ਬੁੱਧੀ ਹੈ ਜਿਹੜੀ ਇਹ ਗਿਆਨ ਵਾਲੀ ਬੁੱਧੀ ਹੈ, ਜੋ ਗਿਆਨ ਦੇ ਵਿੱਚ ਜੀਂਦੇ ਨੇ। ਤੇ ਇਸ ਤੋਂ ਅੱਗੇ ਦੀ ਦੁਨੀਆ ਹੈ, ਉਸ ਨੂੰ ਭਾਵਨਾ ਦੀ ਦੁਨੀਆ ਆਖੇ, ਤੇ ਭਾਵਨਾ ਦੀ ਦੁਨੀਆ ਦੇ ਵਿੱਚ ਹੀ ਆਣ ਕੇ ਭਾਗ ਲੱਗਦੇ ਨੇ। ਭਾਵਨਾ ਤੋਂ ਬਿਨਾਂ ਭਾਗ ਨਹੀਂ ਲੱਗਦੇ। ਘਰੋਂ ਚੱਲੇ ਆ ਭਾਵਨਾ ਇਹ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਨੇ, ਤੇ ਆਣ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰਾਂ ਕੀਤੀਆਂ ਨੇ। ਹੁਣ ਭਾਵਨਾ ਨੂੰ ਭਾਗ ਲੱਗੇ ਨੇ।
ਭਾਗ ਭਾਵਨਾ ਨੂੰ ਲੱਗੇ ਨੇ। ਤੇ ਗੁਰੂ ਮਹਾਰਾਜ ਜੀ ਨੇ ਗੁਰਬਾਣੀ ਦੇ ਅੰਦਰ ਦ੍ਰਿਸ਼ਟਾਂਤ ਦਿੱਤਾ, ਜ਼ਿਮੀਂਦਾਰ ਖੇਤੀ ਕਰਦਾ ਹੈ। ਇੱਥੇ ਹੁਣ ਕੋਈ ਗਿਆਨ ਵਾਲੀ ਗੱਲ ਨਹੀਂ, ਜਿਵੇਂ ਆਮ ਬੀਜਦੇ ਨੇ ਉਵੇਂ ਹਰ ਰੋਜ਼ ਬੀਜੀ ਜਾਂਦਾ, ਇੱਕ ਕਿੱਤਾ ਬਣ ਗਿਆ। ਜਦੋਂ ਕਿੱਤਾ ਬਣ ਜੇ ਤੇ ਉਸ ਦਾ ਗਿਆਨ ਫਿਰ ਅੱਖਾਂ ਮੀਚ ਕੇ ਵੀ ਹੋ ਜਾਂਦਾ ਹੈ। ਜਿਵੇਂ ਹਰ ਰੋਜ਼ ਅਸੀਂ ਕਰਦੇ ਹਾਂ, ਉੱਥੇ ਜ਼ਿਆਦਾ ਫਿਰ ਗਿਆਨ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਸੁਧ ਹੀ ਉਵੇਂ ਹੋਈ ਜਾਂਦਾ। ਸਾਡੇ ਸਰੀਰ ਦੇ ਜਿਹੜੇ ਅੰਗ ਨੇ ਉਸ ਟਿਕਾ ਦੇ ਵਿੱਚ ਆ ਜਾਂਦੇ ਨੇ ਤੇ ਆਪੇ ਉਸੇ ਤਰ੍ਹਾਂ ਕਰੀ ਜਾਂਦੇ ਨੇ। ਪਰ ਬੀਜਦੇ ਹੋਏ ਦੇ ਅੰਦਰ ਭਾਵਨਾ ਕੀ ਹੈ? ਮੇਰਾ ਪੁੱਤ ਧੀਆਂ, ਮੇਰੇ ਪੁੱਤਰ ਨੇ, ਮੇਰੀਆਂ ਧੀਆਂ ਨੇ, ਮੇਰਾ ਪਰਿਵਾਰ ਹੈ, ਇਹਦੇ ਚੋਂ ਦਾਣੇ ਹੋਣਗੇ 4 ਮਣ ਤੇ ਅਸੀਂ ਸਾਰਾ ਸਾਲ ਇਹਨਾਂ ਨੂੰ ਖਾਵਾਂਗੇ। ਇਹ ਭਾਵਨਾ ਹੈ। ਉਸੇ ਤਰ੍ਹਾਂ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਤਿੰਨ ਨਾਹੇ ਨਰਕ ਨਿਵਾਸ। ਮੈਂ ਇੱਕ ਵਾਰੀ ਫਿਰ ਮਾਫੀ ਮੰਗਦਾ, ਥੋੜਾ ਸਮਾਂ ਯਾਦ ਨਹੀਂ ਦਿੰਦਾ, ਮਿੰਟ 15 ਹੀ ਰਹਿ ਗਏ ਨੇ। ਮਗਰ ਅੰਤਰੀ ਵਰਤ ਜਿਹੜਾ ਥੋੜਾ ਇਸ ਤੋਂ ਜ਼ਿਆਦਾ ਢੰਗਾਈ ਵਾਲਾ, ਇਤਨੇ ਸਮੇਂ 'ਚ ਪੂਰਾ ਨਹੀਂ ਹੋਣਾ, ਉਹਨੂੰ ਆਪਾਂ ਫਿਰ ਕਿਸੇ ਦਿਨ ਵਿਚਾਰ ਲਵਾਂਗੇ। ਹੁਣ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਡੇ ਅੰਦਰ ਇੱਥੇ ਭਾਵਨਾ ਪੈਦਾ ਕਰਦੇ ਨੇ। ਤਿੰਨ ਨਾਹੇ ਨਰਕ ਨਿਵਾਸ, ਉਹਨਾਂ ਦਾ ਭਾਈ ਨਰਕ ਦੇ ਵਿੱਚ ਵਾਸਾ ਨਹੀਂ ਹੁੰਦਾ ਹੈ ਜੀ। ਤੇ ਨਿਤ ਸਿਮਰ ਪ੍ਰਭ ਗੁਣ ਤਾਸ, ਜਿਹੜੇ ਨਿਤ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਪਰਮਾਤਮਾ ਜੋ ਗੁਣਾਂ ਦਾ ਖਜ਼ਾਨਾ ਹੈ ਉਸ ਦੇ ਨਾਮ ਨੂੰ ਸਿਮਰਦੇ ਨੇ। ਜਿਹੜੇ ਗੁਰੂ ਸਵਾਰੇ ਅੰਮ੍ਰਿਤ ਵੇਲੇ ਉੱਠ ਬੈਠਦੇ ਨੇ, ਜਿਨ੍ਹਾਂ ਦੇ ਅੰਦਰ ਦੀ ਭਾਵਨਾ ਹੈ ਕਿ ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਬਾਣੀ ਦਾ ਪਾਵਨ ਫਰਮਾਨ ਹੈ, ਤਿੰਨ ਨਾਹੇ ਨਰਕ ਨਿਵਾਸ। ਹੁਣ ਇੱਥੇ ਗਿਆਨ ਦੀ ਗੱਲ ਨਹੀਂ ਹੈਗੀ, ਇਹ ਭਾਵਨਾ ਦੀ ਗੱਲ ਹੈ। ਇੱਥੇ ਭਾਵਨਾ ਬਣੀ ਹੈ ਸਾਡੇ ਅੰਦਰ। ਮੈਂ ਥੋੜੀ ਜਿਹੀ ਮਿਹਨਤ ਹੋਰ ਕਰਾਂ ਤਾਂ ਕਿ ਗੱਲ ਦੀ ਸਮਝ ਆ ਜਾਵੇ। ਇੱਕ ਮਿਸਤਰੀ ਹੈ, ਉਹ ਮਿਸਤਰੀ ਦਾ ਕੰਮ ਸਿੱਖ ਰਿਹਾ ਹੈ, ਉਹ ਗਿਆਨ ਹੈ। ਗਿਆਨ ਸਿੱਖਿਆ ਜਾਂਦਾ ਹੈ, ਭਾਵਨਾ ਜਿਹੜੀ ਹੈ ਸਿੱਖੀ ਨਹੀਂ ਜਾਂਦੀ। ਭਾਵਨਾ ਗੁਰੂ ਕਿਰਪਾ ਕਰਦਾ ਹੈ, ਅੰਦਰੋਂ ਆਪਣੇ ਆਪ ਹੀ ਪੈਦਾ ਹੁੰਦੀ ਹੈ। ਤੇ ਜਿਸ ਤਰ੍ਹਾਂ ਦੀ ਭਾਵਨਾ ਪੈਦਾ ਹੋਈ ਹੈ, ਫਿਰ ਮਨੁੱਖ ਜਿਹੜਾ ਉਸ ਤਰ੍ਹਾਂ ਦਾ ਕੰਮ ਕਰੇਗਾ। ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਅੰਦਰ ਭਾਵਨਾ ਪੈਦਾ ਹੋਈ ਸੀ ਵੀ ਸਾਰੇ ਗੁਰਸਿੱਖਾਂ ਦੇ ਹੱਥ ਦੇ ਵਿੱਚ ਗੁਟਕਾ ਸਾਹਿਬ ਹੋਵੇ, ਐਡਾ ਵੱਡਾ ਪਰਉਪਕਾਰ ਕੀਤਾ। ਬਲ ਰਾਜਾ ਦੀ ਆਪ ਜੀ ਨੂੰ ਸਾਖੀ ਸੁਣਾਈਏ, ਭਾਵਨਾ ਸੀ ਵੀ ਲੋਕੀ ਇਹ 3 ਕੰਮ ਨਾ ਕਰਨ ਤਾਂ ਕਿ ਘੱਟ ਤੋਂ ਘੱਟ ਅੰਨੇ ਤੇ ਨਾ ਜਨਮ ਲੈਣ। ਇਸੇ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰ ਰਹੇ ਨੇ। ਤਿੰਨ ਨਾਹੇ ਨਰਕ ਨਿਵਾਸ, ਨਿਤ ਸਿਮਰ ਪ੍ਰਭ ਗੁਣ ਤਾਸ। ਧੰਨ ਗੁਰੂ ਜੀ ਸਾਡੇ ਅੰਦਰ ਭਾਵਨਾ ਪੈਦਾ ਕਰ ਰਹੇ ਨੇ ਵੀ ਜੇ ਕਿਤੇ ਭਾਵਨਾ ਦਾ ਬੂਟਾ ਲੱਗ ਜਾਵੇ, ਸਾਡੇ ਅੰਦਰ ਭਾਵਨਾ ਬਣ ਜਾਵੇ ਕਿ ਉਸ ਪ੍ਰਭੂ ਪਰਮਾਤਮਾ ਦਾ ਨਾਮ ਲਿਆ, ਉਸ ਦਾ ਸਿਮਰਨ ਕੀਤਿਆਂ, ਉਸ ਦਾ ਜਸ ਗਾਇਨ ਕੀਤਿਆਂ ਨਰਕ ਤੋਂ ਬਚ ਰਹਿਦਾ ਹੈ ਜੀ। ਇਹ ਜਮ ਨਾ ਵੇਖਹਿ ਨੈਣ। ਅੱਗੇ ਧੰਨ ਗੁਰੂ ਮਹਾਰਾਜ ਜੀ ਹੋਰ ਹੌਸਲਾ ਵਧਾਈ ਕਰਦੇ ਨੇ ਭਈ ਗੁਰੂ ਸਵਾਰਿਆ, ਨਰਕ ਤਾਂ ਕਿਤੇ ਦੂਰ ਦੀ ਗੱਲ ਹੈ, ਉਹਨੂੰ ਜੰਮ ਲੈਣ ਵਾਸਤੇ ਵੀ ਨਹੀਂ ਆਉਂਦੇ, ਉਹਨੂੰ ਜੰਮ ਨਹੀਂ ਲੈਣ ਵਾਸਤੇ ਆਉਂਦੇ। ਫਿਰ ਕੌਣ ਲੈਣ ਵਾਸਤੇ ਆਉਂਦੇ ਨੇ? ਗਣ। ਇਹ 2 ਹੁੰਦੇ ਨੇ, ਇੱਕ ਜੰਮ ਨੇ ਤੇ ਇੱਕ ਗਣ ਨੇ। ਜੰਮ ਨੇ ਜਿਹੜੇ, ਇਹਨਾਂ ਦੀ ਬਿਰਤੀ ਇਸ ਤਰ੍ਹਾਂ ਦੀ ਹੈ, ਇਹਨਾਂ ਨੇ ਘੜੀਸ ਧਰੂ ਕੇ ਲੈ ਜਾਣਾ ਹੈ ਤੇ ਜਿਹੜੇ ਮਾਰਗ ਤੋਂ ਲੈ ਕੇ ਜਾਂਦੇ ਨੇ ਉਹ ਮਾਰਗ ਵੀ ਬੜਾ ਕਠਿਨ ਹੁੰਦਾ ਹੈ। ਤੇ ਗਣ ਨੇ ਜਿਹੜੇ, ਇਹ ਉਸ ਮਾਰਗ ਲੈ ਕੇ ਜਾਂਦੇ ਨੇ। ਇੱਕ ਤਾਂ ਇਹ ਬਿਬਾਨ ਦੇ ਵਿੱਚ ਬਿਠਾ ਕੇ ਲੈ ਕੇ ਜਾਂਦੇ ਨੇ, ਤੋੜ ਕੇ ਖਿੱਚ ਧੂ ਕੇ ਨਹੀਂ ਲੈ ਕੇ ਜਾਂਦੇ। ਸ਼ਾਇਦ ਆਪ ਜੀ ਨੂੰ ਇਹ ਗੱਲ ਚੰਗੀ ਨਾ ਹੋਵੇ, ਪਰ ਭਾਵਨਾ ਹੈ। ਤੇ ਇਹ ਭਾਵਨਾ ਗੁਰੂ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹ ਕੇ, ਸੰਤਾਂ ਮਹਾਂਪੁਰਸ਼ਾਂ ਦੀਆਂ ਕਥਾ ਸੁਣ ਕੇ, ਹੋਰ ਗੁਰ ਗਿਆਨ ਇਕੱਤਰਤ ਕਰਕੇ ਦਾਸ ਨੂੰ ਪ੍ਰਾਪਤ ਹੋਈ, ਇੱਕ ਅਨੁਭਵ ਹੋਇਆ ਹੈ। ਤੇ ਜੰਮ ਨਾ ਪੇਖੇ ਨੈਣ, ਫਿਰ ਉਹਨੇ ਇਹਨਾਂ ਨੇਤਰਾਂ ਦੇ ਨਾਲ ਜੰਮ ਨਹੀਂ ਵੇਖਣਾ, ਫਿਰ ਕੋਈ ਤਾਂ ਇਹਨੂੰ ਲੈਣ ਆਵੇਗਾ ਨਾ। ਹੁਣ ਜੇ ਜੰਮ ਆਉਣਗੇ ਤੇ ਫਿਰ ਮਹਾਰਾਜ ਜੀ ਦੀ ਜਿਹੜੀ ਤੋਕੇ, ਇਹ ਫਿਰ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਗਲਤ ਹੈ। ਜੰਮ ਨਹੀਂ ਲੈਣ ਆਉਣਗੇ, ਫਿਰ ਕੋਈ ਤਾਂ ਲੈਣ ਆਵੇਗਾ। ਕੌਣ ਲੈਣ ਆਉਣਗੇ? ਫਿਰ ਗਣ ਲੈਣ ਆਉਣਗੇ। ਤੇ ਗਣ ਜਿਹੜੇ ਨੇ ਉਹ ਲੈ ਕੇ ਜਾਂਦੇ ਨੇ ਬਿਬਾਨ ਤੇ, ਬੜੇ ਸਤਿਕਾਰ ਦੇ ਨਾਲ ਬਿਬਾਨ ਤੇ ਲੈ ਕੇ ਜਾਂਦੇ ਨੇ। ਤੇ ਜਿਹੜੇ ਰਸਤੇ ਲੈ ਕੇ ਜਾਂਦੇ ਨੇ ਉਹ ਰਸਤਾ ਵੀ ਬੜਾ ਸੁਖੈਨ ਹੁੰਦਾ ਹੈ, ਬੜਾ ਸੁਖ ਦੇਣ ਵਾਲਾ ਰਸਤਾ ਹੁੰਦਾ ਹੈ।
ਤੇ ਜਮ ਨਾ ਪਿਖੇ ਨੈਣ। ਜਿਹੜਾ ਗੁਰਮੁਖ ਪਿਆਰਾ ਪ੍ਰਭੂ ਪਰਮਾਤਮਾ ਦਾ ਨਿਤਾ ਪ੍ਰਤੀ ਸਿਮਰਨ ਕਰਦਾ ਹੈ, ਨਾਮ ਬਾਣੀ ਸਿਮਰਨ ਦੇ ਨਾਲ ਜੁੜਦਾ ਹੈ, ਫਿਰ ਉਹ ਇਹਨਾਂ ਨੇਤਰਾਂ ਦੇ ਨਾਲ ਜਮਾਂ ਨੂੰ ਨਹੀਂ ਵੇਖਦਾ, ਭਾਵ ਉਹਨੂੰ ਜਮ ਨਹੀਂ ਲੈਣ ਵਾਸਤੇ ਆਉਂਦੇ ਹਨ, ਗਨ ਲੈਣ ਵਾਸਤੇ ਆਉਂਦੇ ਹਨ ਜੀ। ਸੁਨ ਮੋਹੇ ਅਨਹਤ ਬੈਨ। ਸੁਣ ਕਰਕੇ ਤੇ ਅੰਦਰੋਂ ਗੁਰੂ ਦੇ ਪ੍ਰਤੀ ਹੋਰ ਜ਼ਿਆਦਾ ਮੋਹ ਹੈ, ਜਿਹੜਾ ਪਿਆਰ ਹੈ, ਪ੍ਰੀਤ ਹੈ, ਇਹ ਪੈਦਾ ਹੋ ਜਾਂਦੀ ਕਿ ਅਨਹਤ ਬੈਨ, ਅੰਦਰੋਂ ਨਾਮ ਦੀ ਧੁਨ, ਉਸ ਅਨਹਦ ਨਾਮ ਦੀ ਧੁਨ ਜੋ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਤੋਂ ਪੈਦਾ ਹੁੰਦੀ ਹੈ ਜੀ। ਹਰ ਸਰਨ ਸੂਰ ਗੋਪਾਲ। ਸੂਰ ਕਹਿੰਦੇ ਨੇ ਸੂਰਮੇ ਨੂੰ, ਗੋਪਾਲ ਕਹਿੰਦੇ ਨੇ ਧਰਤੀ ਦੀ ਪਾਲਣਾ ਕਰਨ ਵਾਲੇ ਨੂੰ, ਤੇ ਸਰਨ ਕਹਿੰਦੇ ਨੇ ਸਰਨ ਦੇ ਵਿੱਚ ਆ ਜਾਣ ਵਾਲੇ ਨੂੰ। ਹਰ ਸਰਨ, ਹਰੀ ਪਰਮਾਤਮਾ ਦੀ ਜਿਹੜੀ ਸਰਨ ਨੇ ਨਾ, ਇੱਥੇ ਆਇਆ ਫਿਰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਰਹਿੰਦਾ, ਕਿਉਂਕਿ ਸਾਡਾ ਗੁਰੂ ਸੂਰਮਾ ਹੈ, ਸਾਡਾ ਗੁਰੂ ਪਾਲਣਾ ਕਰਨ ਵਾਲਾ ਹੈ। ਅਕਾਲ ਪੁਰਖ ਵਾਹਿਗੁਰੂ ਸਭ ਤੋਂ ਸੂਰਮਾ ਹੈ ਤੇ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਇਸ ਕਰਕੇ ਪਰਮਾਤਮਾ ਦੀ ਗੁਰੂ ਦੀ ਸ਼ਰਨ ਦੇ ਵਿੱਚ ਆਇਆ ਕੋਈ ਡਰ ਨਹੀਂ ਰਹਿੰਦਾ ਹੈ ਜੀ। ਪ੍ਰਭ ਭਗਤ ਵਸ ਦਿਆਦ। ਹੁਣ ਉਹ ਸ਼ਰਨ ਦੇ ਵਿੱਚ ਕਿਹਨੂੰ ਲੈਂਦਾ ਹੈ, ਰਾਖੀ ਕਿਹਦੀ ਕਰਦਾ ਹੈ? ਪ੍ਰਭ ਭਗਤ, ਪ੍ਰਭੂ ਪਰਮਾਤਮਾ ਦਾ ਜਿਹੜਾ ਭਗਤ ਹੋਵੇ, ਜਿਹੜਾ ਰੱਬ ਦਾ ਭਗਤ ਹੈ। ਹੁਣ ਰੱਬ ਦਾ ਭਗਤ ਕੌਣ ਹੈ? ਜਿਹੜਾ ਉਸ ਦੀ ਭਗਤੀ ਕਰਦਾ ਹੈ, ਜਿਹੜਾ ਭਾਵਨਾ ਕਰਕੇ ਜੁੜਿਆ ਹੈ, ਜਿਹੜਾ ਭਾਵਨਾ ਕਰਕੇ ਜੁੜਿਆ। ਕਿਉਂਕਿ ਗਿਆਨ ਤੋਂ ਵੀ ਹੰਕਾਰ ਪੈਦਾ ਹੋ ਜਾਂਦਾ ਹੈ। ਇਹਨੂੰ ਮੈਂ ਥੋੜਾ ਜਿਹਾ ਹੋਰ ਖੁਲਾਸਾ ਕਰਾਂ। ਅਸੀਂ ਨਾ ਆਪਣੇ ਖੇਤਾਂ ਵਾਸਤੇ ਕੋਈ ਨਾ ਕੋਈ ਸਹਾਇਕ ਰੱਖ ਲੈਂਦੇ ਆ, ਤੇ ਉਹ ਸਹਾਇਕ ਜਿਹੜਾ ਉਹ ਜੇ ਤਾਂ ਭਾਵਨਾ ਵਾਲਾ ਹੈ ਤੇ ਫਿਰ ਉਹ ਇਹ ਆਖੇਗਾ ਵੀ ਜੇ 5 ਮਿੰਟ ਲਾਈਟ ਹੋਰ ਚੱਲ ਜੇ ਨਾ ਤੇ ਇਸ ਕਿਆਰੇ ਦਾ ਸਿਰਾ ਨਾ ਰਵੇ। ਅਸੀਂ ਆਪਣੇ ਖੇਤਾਂ ਵਾਸਤੇ ਉਪਰੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੀ ਮਦਦ ਵਾਸਤੇ ਸਹਾਇਕ ਰੱਖ ਲੈਂਦੇ ਆ। ਹੁਣ ਇਹ ਜਿਹੜਾ ਅਸੀਂ ਸਹਾਇਕ ਰੱਖੇ, ਜਿਹਨੂੰ ਅਸੀਂ ਨੌਕਰ ਆਖ ਦਿੰਦੇ ਆ, ਜੇ ਇਹ ਭਾਵਨਾ ਵਾਲਾ ਹੈ ਵੀ ਇਹ ਸਰਦਾਰ ਦੇ ਮੈਂ ਰਹਿਣਾ, ਇਸ ਦੇ ਘਰੋਂ ਲੱਸੀ ਵੀ ਲੈਣਾ, ਪ੍ਰਸ਼ਾਦਾ ਵੀ ਛਕਦਾ, ਮਾਇਆ ਵੀ ਲੈਣਾ, ਇਹ ਮੈਨੂੰ ਰੱਖਦਾ ਵੀ ਆਪਣੇ ਬੱਚਿਆਂ ਦੀ ਤਰ੍ਹਾਂ ਹੈ, ਤੇ ਇਹਦੇ ਅੰਦਰ ਭਾਵਨਾ ਆ ਗਈ ਵੀ ਜੇ 5 ਮਿੰਟ ਲਾਈਟ ਹੋਰ ਚੱਲ ਜੇ ਨਾ ਤੇ ਕਿਆਰੇ ਦਾ ਸਿਰਾ ਨਾ ਰਵੇ। ਇਹ ਭਾਵਨਾ ਵਾਲਾ ਹੈ, ਇਹਦੇ ਅੰਦਰ ਭਾਵਨਾ ਹੈ। ਤੇ ਦੂਸਰੇ ਦੀ ਗੱਲ ਕਰ ਲੈਂਦੇ ਆ। ਦੂਸਰਾ ਘੜੀਆਲ ਵੀ ਵੇਖੀ ਜਾਂਦਾ ਤੇ ਨਾਲੇ ਨਾ ਬਿਜਲੀ ਵਾਲਿਆਂ ਨੂੰ ਗਾਲਾਂ ਦੇਈ ਜਾਂਦਾ, ਅੱਜ ਇਹਨਾਂ ਨੇ ਕੱਟੀ ਨਹੀਂ, 5 ਮਿੰਟ ਉੱਤੇ ਹੋ ਗਏ ਨੇ। ਨਹਿੰਦੀ ਭਾਵਨਾ ਕਿਵੇਂ ਦੀ ਹੈ ਤੇ ਉਹਦੀ ਭਾਵਨਾ ਕਿਵੇਂ ਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਜੇ ਸਾਡੇ ਅੰਦਰ ਦੀ ਭਾਵਨਾ ਹੈ ਨਾ, ਅਸੀਂ ਟਾਈਮ ਨਹੀਂ ਵੇਖਦੇ ਤੇ ਗੁਰਬਾਣੀ ਨੂੰ ਭਾਵਨਾ ਨਾਲ ਪੜ੍ਹਦੇ, ਆਪ ਸਮਝਦਾਰ ਹੋ, ਸਮਝ ਗਏ ਹੋਵੋਗੇ, ਫਿਰ ਉਸ ਭਾਵਨਾ ਨੂੰ ਭਾਗ ਲੱਗਦੇ ਨੇ ਤੇ ਬਰਕਤਾਂ ਵੀ ਉੱਥੇ ਹੁੰਦੀਆਂ ਨੇ। ਜਿੱਥੇ ਭਾਵਨਾ ਹੀ ਨਹੀਂ, ਇੱਕ ਮਜਬੂਰੀ ਏ, ਉੱਥੇ ਭਾਗ ਨਹੀਂ ਲੱਗਣਗੇ, ਉੱਥੇ ਬਰਕਤਾਂ ਨਹੀਂ ਹੋਣਗੀਆਂ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਹਰ ਸਰਨ ਸੂਰ ਗੋਪਾਲ। ਗੋਪਾਲ ਸਾਨੂੰ ਪਾਲਣ ਵਾਲਾ, ਸਾਰੀ ਧਰਤੀ ਦੀ ਪਾਲਣਾ ਕਰਨ ਵਾਲਾ, ਸੂਰਬੀਰ ਯੋਧਾ ਹਰੀ ਪਰਮਾਤਮਾ, ਤੇ ਉਹਦੀ ਸ਼ਰਨ ਦੇ ਵਿੱਚ ਡਰ ਕੋਈ ਨਹੀਂ। ਉਹ ਸ਼ਰਨ ਦੇ ਵਿੱਚ ਕਿਹਨੂੰ ਲੈਂਦਾ? ਜਿਹਦੇ ਅੰਦਰ ਭਾਵਨਾ ਹੁੰਦੀ ਹੈ ਭਗਤੀ ਵਾਲੀ। ਪ੍ਰਭ ਭਗਤ ਉਹ ਆਪਣੇ ਭਗਤਾਂ ਦੇ ਵਸ ਹੈ, ਵਸ ਦਿਆਲ, ਦਿਆਲੂ ਹੈ, ਦਇਆ ਸਾਰਿਆਂ ਤੇ ਕਰ ਰਿਹਾ ਹੈ। ਤੇ ਉਸ ਦਇਆ ਕਰਨ ਵਾਲੇ ਨੂੰ ਵਸ ਦੇ ਵਿੱਚ ਕਿੰਨੇ ਕੀਤਾ? ਜਿਸ ਦੇ ਅੰਦਰ ਭਾਵਨਾ ਗਈ। ਹੁਣ ਜ਼ਿਮੀਂਦਾਰ ਹੈ ਜਿਹੜਾ ਇਸ ਆਪ ਦੇ ਪਾਸ ਰੱਖੇ ਹੋਏ ਨੌਕਰ ਨੂੰ, ਚਾਕਰ ਨੂੰ ਕਿਵੇਂ ਕਹਿ ਦੇਗਾ ਤੂੰ ਹਟ ਜਾ? ਆਖੇਗਾ ਨਹੀਂ, ਕਿਉਂਕਿ ਇਹਨੇ ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ ਆਪਣੇ ਮਾਲਕ ਨੂੰ ਵਸ ਕਰ ਲਿਆ ਹੈ। ਉਸੇ ਤਰ੍ਹਾਂ ਜਿਹੜੇ ਭਗਤ ਨੇ ਨਾ ਪ੍ਰਭੂ ਪਰਮਾਤਮਾ ਦੇ ਵਸ ਦਿਆਲ, ਉਹ ਰੱਬ ਨੂੰ ਵਸ ਦੇ ਵਿੱਚ ਕਰ ਲੈਂਦੇ ਹਨ। ਮੇਰੇ ਖਿਆਲ ਗੱਲ ਪਕੜ ਦੇ ਵਿੱਚ ਆ ਗਈ ਹੋਣੀ ਹੈ। ਭਾਵਨਾ ਤੇ ਪ੍ਰੇਮ ਦੀ ਜਿਹੜੀ ਜ਼ਿੰਦਗੀ ਹੈ, ਇਸ ਦੇ ਜਿਉਿਆਂ ਹੀ ਪ੍ਰਭੂ ਪਰਮਾਤਮਾ ਸਾਡੇ ਤੇ ਰਹਿਮਤ ਕਰਦਾ ਹੈ, ਸਾਡੇ ਵਸ ਵਿੱਚ ਆਉਂਦਾ ਹੈ ਜੀ। ਹਰ ਨਿਗਮ ਲਹਿ ਨਾ ਭੀਵ। ਨਿਗਮ ਕਹਿੰਦੇ ਨੇ ਵੇਦਾਂ ਸ਼ਾਸਤਰਾਂ ਨੂੰ, ਜਿਤਨੇ ਵੀ ਧਾਰਮਿਕ ਗ੍ਰੰਥ ਨੇ ਨਾ, ਭਾਵੇਂ ਉਹ ਕੁਰਾਨ ਨੇ, ਭਾਵੇਂ ਕਰਤੇਬ ਹੈ, ਇਹ ਸਾਰੇ ਨਿਗਮ ਨੇ। ਨਿਗਮ ਦਾ ਅਰਥ ਹੁੰਦਾ ਅੱਗੇ ਦੀ ਗੱਲ ਦੱਸਣ ਵਾਲੇ। ਨਿਗਮ ਦਾ ਅਰਥ ਹੁੰਦਾ ਹੈ ਅੱਗੇ ਦੀ ਗੱਲ ਦੱਸਣ ਵਾਲੇ। ਭਾਈ ਗੁਰਦਾਸ ਜੀ ਨੇ ਵੀ ਆਪੇ ਅੱਗੇ ਦੀ ਗੱਲ ਦੱਸੀ ਹੈ ਨਾ।
ਵੀ ਜਿਹੜਾ ਗੁਰਸਿੱਖ, ਇਸ ਪੂਰੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਆਖਿਆ, ਜੇ ਤੁਸੀਂ ਕਿਸੇ ਗੁਰਸਿੱਖ ਨੂੰ ਇਸ਼ਨਾਨ ਕਰਵਾਉਂਦੇ ਹੋ, ਭਾਵ ਇਸ ਤਰ੍ਹਾਂ ਦਾ ਗੁਰਸਿੱਖ ਹੈ, ਉਹਦਾ ਸਰੀਰ ਹੈ ਜਿਹੜਾ ਉਹ ਇਸ਼ਨਾਨ ਨਹੀਂ ਕਰ ਸਕਦਾ। ਤੁਸੀਂ ਨਲਕਾ ਗੇੜ ਦਿੰਦੇ ਹੋ ਜਾਂ ਖੂਹ 'ਚੋਂ ਪਾਣੀ ਕੱਢ ਦਿੰਦੇ ਹੋ, ਕੋਈ ਬਜ਼ੁਰਗ ਹੈ ਜਾਂ ਕੋਈ ਸਰੀਰ ਦੇ ਅੰਗਾਂ ਤੋਂ ਹੀਣਾ ਹੈ, ਉਹਦੇ 'ਚੋਂ ਖੂਹ 'ਚੋਂ ਪਾਣੀ ਨਹੀਂ ਨਿਕਲਦਾ, ਨਲਕਾ ਨਹੀਂ ਗਿੜਦਾ, ਤੇ ਉਹਨੂੰ ਤੁਸੀਂ ਇਸ਼ਨਾਨ ਕਰਵਾ ਦਿੰਦੇ ਹੋ, ਤੇ ਤੁਹਾਨੂੰ 68 ਤੀਰਥਾਂ ਦੇ ਇਸ਼ਨਾਨ ਦਾ ਫਲ ਹੁੰਦਾ। ਮੈਂ ਪੂਰੀ ਪੌੜੀ ਨਹੀਂ ਪੜ੍ਹੀ ਇੱਥੇ ਭਾਈ ਗੁਰਦਾਸ ਜੀ ਦੀ, ਪੂਰਾ ਸ਼ਬਦ ਨਹੀਂ, ਸਿਰਫ ਇੱਕ ਤੋਕੀ ਪੜ੍ਹੀ ਸੀ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਜੇ ਤੁਸੀਂ ਗੁਰਸਿੱਖ ਨੂੰ ਭਾਵਨਾ ਦੇ ਨਾਲ ਪ੍ਰਸ਼ਾਦਾ ਛਕਾਉਂਦੇ ਹੋ ਨਾ, ਤੇ ਤੁਹਾਨੂੰ ਮਹਾਨ ਜੱਗ ਦਾ ਫਲ ਲੱਗਦਾ ਹੈ। ਪਹਿਲੋਂ ਰਾਜੇ ਜੱਗ ਕਰਿਆ ਕਰਦੇ ਸਨ ਨਾ, ਉਹ ਸਾਰੇ ਜੱਗ ਨੇ ਅਸਮੇਧ ਜੱਗ ਨੇ, ਅਸਮੇਧ ਜੱਗ ਦਾ ਫਲ ਪ੍ਰਾਪਤ ਹੈ ਜਿਹੜਾ ਉਹ ਤੁਹਾਨੂੰ ਹੋਵੇਗਾ। ਰੋ ਵਿਚਾਰ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਪ੍ਰਭ ਭਗਤ ਵਸ ਦਿਆਲ ਹਰ ਨਿਗਮ। ਨਿਗਮ ਦਾ ਅਰਥ ਹੁੰਦਾ ਅੱਗੇ ਦੀ ਗੱਲ ਦੱਸਣ ਵਾਲਾ, ਵੀ ਜੇ ਤੂੰ ਇਸ ਤਰ੍ਹਾਂ ਕਰੇਂਗਾ ਤੇ ਅੱਗੇ ਤੇਰੇ ਨਾਲ ਐਵੇਂ ਹੋਣੀ। ਜਿਵੇਂ ਬਲ ਰਾਜਾ ਨੇ ਦੱਸਿਆ ਵੀ ਇਹ 3 ਪ੍ਰਾਣੀ ਨੇ ਜਿਹੜੇ ਇਹਨਾਂ ਨੂੰ ਅਗਲੇ ਜਨਮ ਦੇ ਵਿੱਚ ਨੇਤਰ ਨਹੀਂ ਮਿਲਣਗੇ, ਅੱਖਾਂ ਨਹੀਂ ਹੋਣਗੀਆਂ, ਲਹੇ ਨਾ ਪੇਵ। ਹਰੀ ਪਰਮਾਤਮਾ ਦੀਆਂ ਅੱਗੇ ਦੀਆਂ ਗੱਲਾਂ ਦੱਸਣ ਵਾਲੇ ਜਿਹੜੇ ਗ੍ਰੰਥ ਨੇ ਨਾ, ਜਾਂ ਮਹਾਂਪੁਰਸ਼ ਸੰਤ ਮਹਾਤਮਾ ਨੇ, ਉਹਨਾਂ ਤੋਂ ਵੀ ਉਸ ਪਰਮਾਤਮਾ ਦਾ ਅਗੰਮੀ ਭੇਤ ਤੇ ਜਿਹੜਾ ਉਹ ਨਹੀਂ ਲਿਆ ਗਿਆ ਹੈ ਜੀ। ਇਸ ਕਰਕੇ ਨਿਤਾ ਪ੍ਰਤੀ ਨੇ ਨਾ ਜਿਹੜੇ ਮੁੰਨੀ ਜਨ ਭਾਵ ਗੁਰਸਿੱਖ, ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਅਰਪਣ ਕਰ ਦਿੱਤਾ, ਸਾਧੂ ਸੰਤ ਜਿੰਨੇ ਨੇ, ਉਹ ਨਿਤਾ ਪ੍ਰਤੀ ਇਸੇ ਕਰਕੇ ਸੇਵਾ ਦੇ ਵਿੱਚ ਲੱਗੇ ਰਹਿੰਦੇ ਹਨ। ਦੁਖ ਦੀਨ ਦਰਦ ਨਿਵਾਰ। ਇਹ ਸੱਚੇ ਸਤਿਗੁਰ ਜੀ ਦੁੱਖ ਦੀਨ, ਦੀਨ ਹਲੀਮੀ, ਜਿਸ ਦੇ ਅੰਦਰ ਵੱਡੀ ਹਲੀਮੀ ਆ ਗਈ ਉਹਨੂੰ ਦੀਨ ਆਖਿਆ। ਦੁੱਖ ਦੀਨ ਦਰਦ ਨਿਵਾਰ। ਤੂੰ ਸਮਰੱਥ ਹੈ ਇਸ ਦੇ ਕਿ ਦੁਖੀਆਂ ਦੇ ਦੁੱਖ ਨੇ ਜਿਹੜੇ, ਦੁਖੀਆਂ ਦੇ ਦਰਦ ਨੇ ਜਿਹੜੇ, ਇਹਨਾਂ ਨੂੰ ਦੂਰ ਕਰ ਦੇਣਾ। ਪਰ ਕਰਦਾ ਕਹਿੰਦੇ ਦੀਨ, ਜਿਹੜੇ ਦੀਨ ਹੋ ਕੇ ਹਲੀਮੀ ਦੇ ਨਾਲ ਤੇਰੇ ਚਰਨਾਂ ਦੇ ਵਿੱਚ ਜੁੜਦੇ ਨੇ। ਜਾਂ ਦੁੱਖ ਦੀਨ, ਜਿਹੜਾ ਗਰੀਬੀ ਦਾ ਦੁੱਖ ਹੈ, ਦਰਦ ਤੇ ਸਰੀਰ ਦਾ ਦਰਦ ਹੈ ਨਿਵਾਰ, ਇਹ ਵੀ ਤੁਸੀਂ ਦੂਰ ਕਰਦੇ ਹੋ। ਦੁੱਖ ਦੀਨ, ਦੀਨਾਂ ਦਾ ਭਾਵ ਗਰੀਬਾਂ ਦੇ ਦੁੱਖ ਨੂੰ ਦੂਰ ਕਰਦੇ ਹੋ। ਦਰਦ ਜੋ ਸਰੀਰੀ ਗਰੀਬੀ ਦਾ ਦੁੱਖ ਦੂਰ ਕਰਦੇ ਹੋ, ਤੇ ਸਰੀਰਕ ਦਰਦ ਦੇ ਜਿਹੜਾ ਪਰਿਵਾਰਿਕ ਦਰਦ ਹੈ ਇਹ ਵੀ ਨਿਵਾਰ ਦਿੰਦੇ ਹੋ ਜੀ। ਜਾਗੀ ਮਹਾ ਵਿਖੜੀ ਕਾਰ। ਪਰ ਗੱਲ ਇੱਥੇ ਆਣ ਕੇ ਅੜ ਜਾਂਦੀ ਏ। ਮਹਾ ਵਿਖੜੀ, ਵਿਖੜੀ ਕਹਿੰਦੇ ਨੇ ਔਖੀ ਕਾਰ ਜੋ ਅਸੀਂ ਕਰਦੇ ਹਾਂ। ਕਾਰ ਸੇਵਾ, ਸੇਵਾ ਦਾ ਅਰਥ ਹੁੰਦਾ ਹੈ ਜਿੱਥੇ ਪਰਉਪਕਾਰ ਦੀ ਭਾਵਨਾ ਹੋਵੇ ਉਹਨੂੰ ਸੇਵਾ ਆਖਿਆ ਜਾਂਦਾ ਹੈ। ਤੇ ਕਾਰ ਦਾ ਅਰਥ ਹੁੰਦਾ ਕਿਰਿਆ ਕਰਨਾ। ਕਾਰ ਸੇਵਾ ਉਹ ਕਿਰਿਆ ਜਿਸ ਦੇ ਵਿੱਚ ਕੇਵਲ ਤੇ ਕੇਵਲ ਪਰਉਪਕਾਰ ਦੀ ਭਾਵਨਾ ਹੈ, ਲਾਲਚ ਕੋਈ ਨਹੀਂ, ਉਹਨੂੰ ਕਾਰ ਸੇਵਾ ਆਖਦੇ ਨੇ। ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ। ਗੁਰਬਾਣੀ ਦੇ ਅੰਦਰ ਬੜੇ ਦ੍ਰਿਸ਼ਟਾਂਤ ਦਿੱਤੇ ਨੇ। ਗੁਰ ਪੀਰਾਂ ਕੀ ਚਾਕਰੀ, ਇੱਕ ਗੁਰੂ ਤੇ ਪੀਰ, ਵੈਸੇ ਇਹਨਾਂ ਦੋਵਾਂ ਦੇ ਅਰਥ ਇੱਕੋ ਹੀ ਨੇ। ਪੀਰ ਮੁਸਲਮਾਨ ਭਰਾ ਆਖ ਦਿੰਦੇ ਨੇ ਤੇ ਗੁਰੂ ਅਸੀਂ ਆਖ ਦਿੰਦੇ ਹਾਂ। ਗੁਰ ਪੀਰਾਂ ਕੀ ਚਾਕਰੀ, ਫਿਰ ਪੀਰ ਦਾ ਅਰਥ ਜਿਹੜਾ ਚਲੋ ਮੈਂ ਰਹਿਣ ਦਿਆਂ। ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ। ਗੁਰੂ ਤੇ ਪੀਰ ਦੀ ਜਿਹੜੀ ਸੇਵਾ ਹੈ ਨਾ, ਇਹ ਕਰਨੀ ਹੈ ਜਿਹੜੀ ਹੈ ਸੁਖ ਦੇਣ ਵਾਲੀ, ਪਰ ਹੈ ਬੜੀ ਔਖੀ, ਬੜੀ ਕਰੜੀ ਹੈ, ਇਹਨੂੰ ਕਰਨਾ ਬੜਾ ਔਖਾ ਹੈ। ਜਾਂ ਕਿ ਮਹਾ ਵਿਖੜੀ ਕਾਰ, ਉਸ ਪਰਮਾਤਮਾ ਦੀ ਜਿਹੜੀ ਕਾਰ ਕਰਨੀ ਹੈ ਨਾ, ਭਾਵੇਂ ਉਹ ਨਾਮ ਜਪਣ ਵਾਲੀ ਕਾਰ ਹੈ, ਭਾਵੇਂ ਉਹ ਸੇਵਾ ਕਰਨ ਵਾਲੀ ਕਾਰ ਹੈ, ਤੇ ਭਾਵੇਂ ਉਹ ਬਾਣੀ ਪੜ੍ਹਨ ਵਾਲੀ ਜਾਂ ਕਿਸੇ ਹੋਰ ਪ੍ਰਕਾਰ ਦੀ ਕਾਰ ਹੈ ਜਿਹੜੀ ਪਰਮਾਤਮਾ ਦੇ ਨਾਲ ਸਾਨੂੰ ਜੋੜਦੀ ਹੈ, ਉਹ ਹੈ ਬੜੀ ਔਖੀ, ਸਾਰਿਆਂ ਤੋਂ ਨਹੀਂ ਆਉਂਦੀ। ਜਾਂ ਕਿ ਮਹਾ ਵਿਖੜੀ ਕਾਰ, ਜਿਸ ਪਰਮਾਤਮਾ ਦੀ ਸੇਵਾ ਵਾਲੀ ਕਾਰ, ਜਿਸ ਪਰਮਾਤਮਾ ਦੀ ਸਿਮਰਨ ਵਾਲੀ ਕਾਰ, ਇਹ ਮਾਰਗ ਹੈ ਨਾ ਜਿਹੜਾ, ਇਹ ਮਾਰਗ ਬੜਾ ਔਖਾ ਹੈ ਜੀ। ਤਾਕੀ ਮਿਤ ਜਾਣੈ ਕੋਇ। ਉਸ ਦੀ ਮਰਿਆਦਾ ਨੂੰ ਕੋਈ ਨਹੀਂ ਜਾਣਦਾ। ਜੇ ਕੋਈ ਆਖੇ ਨਾ ਵੀ ਇਸ ਮਰਿਆਦਾ ਦੇ ਨਾਲ ਸੇਵਾ ਕੀਤਿਆਂ ਪਰਮਾਤਮਾ ਖੁਸ਼ ਹੋ ਜਾਂਦਾ, ਤੇ ਉਹ ਝੂਠ ਬੋਲ ਰਿਹਾ ਜੇ। ਜੇ ਕੋਈ ਇਹ ਆਖਦਾ ਵੀ ਇਸ ਮਰਿਆਦਾ ਦੇ ਨਾਲ ਸਿਮਰਨ ਕੀਤਿਆਂ ਪਰਮਾਤਮਾ ਖੁਸ਼ ਹੋ ਜਾਂਦਾ, ਤੇ ਉਹ ਵੀ ਝੂਠ ਬੋਲਦਾ ਹੈ। ਤਾਂ ਕਿ ਮਿਤ ਨਾ ਜਾਣੇ ਕੋਈ, ਇਸ ਮਿਤ ਨੂੰ ਕੋਈ ਨਹੀਂ ਜਾਣਦਾ, ਤੇ ਫਿਰ ਕਰੀਏ ਕਿਵੇਂ?
ਪ੍ਰੇਮ ਭਗਤ ਕੇ ਕਾਰਨੇ ਅੰਦਰ ਭਾਵਨਾ ਹੋਵੇ ਵੀ ਮੈਂ ਤੇਰਾ ਜਸ ਗਾਇਨ ਕਰਨਾ ਹੈ। ਬਸ ਭਾਵਨਾ ਵਾਲੀ ਬਿਰਤੀ ਦੇ ਨਾਲ, ਪ੍ਰੇਮ ਵਾਲੀ ਬਿਰਤੀ ਦੇ ਨਾਲ ਉਸ ਪਰਮਾਤਮਾ ਦਾ ਨਾਮ ਲਿਆ, ਉਸ ਦੀ ਪ੍ਰਾਪਤੀ ਹੁੰਦੀ ਹੈ। ਭਾਵੇਂ ਉੱਚੀ ਬੋਲ ਕੇ ਲੈ ਲਈਏ, ਭਾਵੇਂ ਚੁੱਪ ਕਰਕੇ ਲੈ ਲਈਏ, ਭਾਵੇਂ ਸੁਰਤ ਦੇ ਨਾਲ ਲੈ ਲਈਏ, ਜਿਵੇਂ ਮਰਜ਼ੀ ਉਹਦਾ ਨਾਮ ਜਪ ਲਈਏ ਨਾ, ਉਹ ਖੁਸ਼ ਉਦੋਂ ਹੋਏਗਾ ਜਦੋਂ ਅਸੀਂ ਭਾਵਨਾ ਦੇ ਨਾਲ ਨਾਮ ਜਪਾਂਗੇ। ਤੇ ਭਾਵਨਾ ਇਹ ਹੋਣੀ ਚਾਹੀਦੀ ਕਿ ਹੇ ਸੱਚੇ ਸਤਿਗੁਰ, ਸਾਡੇ ਗੁਨਾਹ ਬਖਸ਼ੇ ਜਾਣ ਤੇ ਤੇਰੇ ਚਰਨਾਂ ਦੀ ਪ੍ਰਾਪਤੀ ਹੋ ਜਾਵੇ। ਇਹ ਭਾਵਨਾ ਹੋਵੇ ਤਾਂ ਕਿ ਮਿੱਤ ਨਾ ਜਾਣੇ ਕੋਈ। ਜੇ ਕੋ ਆਖੇ ਵੀ ਮੈਂ ਉਸ ਦੀ ਮਰਿਆਦਾ ਨੂੰ ਜਾਣਦਾ ਹਾਂ, ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਨਹੀਂ ਜਾਣਦਾ ਹੈ ਜੀ। ਜਲ ਥਲ ਮਹੀਲ ਸੋਏ। ਉਹ ਜਲ ਦੇ ਵਿੱਚ ਵੀ ਜਿਹੜੇ ਜੀਵ ਨੇ ਉਹਨਾਂ ਦੇ ਵਿੱਚ ਵੀ ਵਸਿਆ ਹੋਇਆ, ਤੇ ਥਲ ਸੁੱਕੀ ਥਾਂ ਤੇ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਵਸਿਆ ਹੋਇਆ, ਤੇ ਪਲਾੜ ਦੇ ਵਿੱਚ ਵੀ ਵਸਿਆ ਹੋਇਆ। ਹੁਣ ਇਹ ਕਿਹੜੀ ਮਰਿਆਦਾ ਦੇ ਨਾਲ ਵਸੇ ਸਾਨੂੰ ਕੋਈ ਪਤਾ ਨਹੀਂ। ਵਿਆਪਕ ਹੈ ਇੱਕ ਤੇ ਅਨੇਕਾਂ ਦੇ ਵਿੱਚ ਕਿਵੇਂ ਸਮਾਇਆ ਹੋਇਆ ਹੈ, ਉਸ ਦੀ ਇਸ ਮਰਿਆਦਾ ਨੂੰ ਉਹ ਆਪ ਹੀ ਜਾਣਦਾ ਹੈ ਜੀ। ਕਰ ਬੰਦਨਾ ਲਖ ਬਾਰ। ਆਖਰੀ ਤੁਕ ਦੇ ਵਿੱਚ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਗੁਰੂ ਸਵਾਰਿਆ ਤੂੰ ਇਸ ਤਰ੍ਹਾਂ ਕਰ, ਦੋਵੇਂ ਹੱਥ ਜਿਹੜੇ ਨੇ ਨਾ ਉਹਨਾਂ ਨੂੰ ਬੰਧਨਾ ਕਰ। ਕਰ ਬੰਧਨਾ ਦਾ ਅਰਥ ਹੁੰਦਾ ਹੈ ਬੰਨਣਾ। ਜਦੋਂ ਆਪਾਂ ਦੋਵੇਂ ਹੱਥ ਜੋੜ ਲੈਂਦੇ ਆ ਨਾ, ਇਹ ਬੰਧਨਾ ਹੋ ਰਹੀ ਹੈ। ਕਰ ਬੰਧਨਾ ਲੱਖ ਵਾਰ, ਤੇ ਕਿੰਨੇ ਕੁ ਵਾਰੀ ਕਰਨੀ ਹੈ? ਲੱਖਾਂ ਵਾਰੀ। ਭਾਵ ਹਰ ਵਕਤ ਉਹਦਾ ਸ਼ੁਕਰ ਕਰੀ ਜਾ, ਉਹਦਾ ਸ਼ੁਕਰਾਨਾ ਕਰੀ ਜਾ। ਕਿਤੇ ਵੀ ਤੇਰੇ ਵਿੱਚ ਮੈਂ ਨਹੀਂ ਆਉਣੀ ਚਾਹੀਦੀ ਵੀ ਮੈਂ ਆ ਵੀ ਜਾਣ ਲਿਆ ਤੇ ਆ ਵੀ ਮੈਨੂੰ ਪਤਾ ਹੈ। ਜੇ ਇਹ ਗੱਲ ਹੋਊਗੀ ਤੇ ਫਿਰ ਭਾਵਨਾ ਤੋਂ ਡਿੱਗ ਪਿਆ, ਇਕੱਲਾ ਗਿਆਨ ਜੋਗਾ ਹੀ ਰਹਿ ਗਿਆ। ਤੇ ਗਿਆਨ ਹੈ ਜਿਹੜਾ ਭਾਵਨਾ ਤੋਂ ਬਿਨਾਂ, ਇਹ ਥੋਥਾ ਹੈ, ਇਹ ਸਖਣਾ ਹੈ। ਕਰ ਬੰਧਨਾ ਲੱਖ ਵਾਰ। ਆ ਵੇਖੋ ਗੁਰੂ ਨੇ ਗਿਆਨ ਦਿੱਤਾ, ਆਪਾਂ ਕਥਾ ਕਰ ਰਹੇ ਹਾਂ ਨਾ। ਜੇ ਇੱਥੇ ਭਾਵਨਾ ਨਹੀਂ ਹੈਗੀ, ਇੱਕ ਮਜਬੂਰੀ ਹੈ ਵੀ ਇਤਨਾ ਸਮਾਂ ਮੈਨੂੰ ਲਾਣਾ ਪੈਣਾ, ਨਹੀਂ ਤਾਂ ਸਾਈਂ ਆਖਣਗੇ ਤੁਰ ਜਾ ਇੱਥੋਂ, ਤੇਰੇ ਤੋਂ ਕੀ ਕਰਾਣਾ ਹੈ। ਉਹ ਮਜਬੂਰੀ ਹੋ ਗਈ ਨਾ, ਭਾਵਨਾ ਨਹੀਂ ਹੈਗੀ। ਜੇ ਭਾਵਨਾ ਇਹ ਹੈ ਵੀ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦਾ ਜਸ ਗਾਇਨ ਕਰਨਾ ਹੈ, ਸੱਚੇ ਸਤਿਗੁਰ ਦੀਆਂ ਵਡਿਆਈਆਂ ਕਰਨੀਆਂ ਨੇ, ਜੇ ਇਹ ਭਾਵਨਾ ਹੈ ਤੇ ਫਿਰ ਗਿਆਨ ਹੈ ਜਿਹੜਾ ਇਹ ਭਰਿਆ ਗਿਆ ਹੈ, ਇਹ ਰਸ ਵਾਲਾ ਹੋ ਗਿਆ ਹੈ। ਫਿਰ ਇਹਦੇ ਵਿੱਚ ਰਸ ਬਚ ਜਾਵੇਗਾ। ਸੁਣਨ ਵਾਲਿਆਂ ਨੂੰ ਵੀ ਰਸ ਆਏਗਾ, ਆਨੰਦ ਆਏਗਾ, ਤੇ ਸੁਣਾਉਣ ਵਾਲੇ ਨੂੰ ਵੀ ਰਸ ਆਏਗਾ, ਆਨੰਦ ਆਏਗਾ। ਨਹੀਂ ਤਾਂ ਫਿਰ ਤੁਸੀਂ ਵੀ ਥੋਥੇ ਤੇ ਮੈਂ ਵੀ ਥੋਥਾ। ਜਦੋਂ ਫਾਲੀ ਥੋਥਾ ਤੇ ਫਿਰ ਮੁਖ ਦੇ ਵਿੱਚ ਮਠਾਸ ਕਿੱਥੋਂ ਆਵੇ। ਕਰ ਬੰਧਨਾ ਲੱਖ ਵਾਰ। ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਦੋਵੇਂ ਹੱਥ ਬੰਨ੍ਹ ਕੇ ਅਸੀਂ ਲੱਖਾਂ ਵਾਰੀ ਦਿਨ ਦੇ ਵਿੱਚ ਉਹ ਸੱਚੇ ਸਤਿਗੁਰ ਦਾ ਸ਼ੁਕਰਾਨਾ ਕਰੀਏ, ਬੰਦਨਾ ਕਰਦੇ ਰਹੀਏ ਜੀ। ਥਾਕ ਕਰਿਓ ਪ੍ਰਭ ਦਰਬਾਰ। ਤੇ ਇਹ ਅਰਦਾਸ ਕਰੇ, ਹੇ ਸੱਚੇ ਸਤਿਗੁਰ ਜੀ ਮੈਂ ਹੁਣ ਥੱਕ ਗਿਆ। ਇਹ ਨਾ ਆਖੇ ਵੀ ਮੈਂ ਆ ਵੀ ਕਰ ਲਾਂਗਾ, ਆ ਵੀ ਕਰ ਲਾਂਗਾ, ਕੁਝ ਨਹੀਂ ਹੁੰਦਾ, ਮੈਂ ਥੱਕ ਗਿਆ ਹਾਂ। ਪਰਿਓ ਪ੍ਰਭ ਦਰਬਾਰ, ਤੇ ਥੱਕ ਕੇ ਤੇਰੇ ਦਰ ਤੇ ਆ ਗਿਆ। ਇਹਨੂੰ ਇਹ ਨਾ ਸਮਝਣਾ ਵੀ ਸਰੀਰ ਕਰਕੇ ਥੱਕ ਗਏ। ਕਈ ਸ਼ਬਦ ਇਸ ਤਰ੍ਹਾਂ ਦੇ ਨੇ, ਉਹਨਾਂ ਦੇ ਅੱਖਰੀ ਅਰਥ ਹੁੰਦੇ ਹੀ ਨਹੀਂ। ਹੁਣ ਥੱਕਣ ਦਾ ਅਰਥ ਹੈ ਸਰੀਰ ਦਾ ਥੱਕ ਜਾਣਾ, ਇਹ ਅੱਖਰੀ ਅਰਥ ਹੈ। ਹੁਣ ਭਾਵ ਅਰਥ ਇੱਥੇ ਕੀ ਹੈ, ਜਿਹੜੀ ਗੱਲ ਆਪ ਜੀ ਨੂੰ ਸਮਝਾਣੀ ਹੈ। ਅੰਤਰੀਵ ਅਰਥ ਰਹਿ ਗਿਆ, ਉਹ ਮੈਂ ਫਿਰ ਕਿਸੇ ਦਿਨ ਦੱਸਾਂਗਾ। ਇੱਥੇ ਹੁਣ ਥੱਕ ਦਾ ਭਾਵ ਅਰਥ ਇਹ ਹੈ ਵੀ ਮੈਂ ਚਾਰੇ ਪਾਸੇ ਸਾਰਿਆਂ ਕੋਲੇ ਜਾ ਆਇਆ, ਤੇ ਮੇਰੇ ਅੰਦਰ ਤੇਰੀ ਕਿਰਪਾ, ਤੇਰੀ ਰਹਿਮਤ ਜਿਹੜੀ ਉਹ ਨਹੀਂ ਹੋਈ। ਮੈਂ ਸਾਰਿਆਂ ਕੋਲੇ ਜਾ ਆਇਆ, ਮੰਦਿਰਾਂ 'ਚ ਵੀ ਜਾ ਆਇਆ, ਮਸਜਿਦਾਂ ਦੇ ਵਿੱਚ ਵੀ ਜਾ ਆਇਆ, ਤੇ ਦੇਹਧਾਰੀ ਗੁਰੂਆਂ ਕੋਲੇ ਵੀ ਜਾ ਆਇਆ, ਦੇਵੀ ਦੇਵਤਿਆਂ ਕੋਲੇ ਵੀ ਜਾ ਆਇਆ, ਸਾਰਾ ਕੁਝ ਪੜ੍ਹ ਵੀ ਲਿਆ, ਤੇ ਸਾਰੀਆਂ ਥਾਵਾਂ ਤੇ ਜਾ ਆਇਆ। ਤੇ ਮੈਂ ਇਸ ਗੱਲ ਤੋਂ ਥੱਕ ਗਿਆ ਕਿ ਮੈਨੂੰ ਨਾਮ ਰਸ ਦੀ ਪ੍ਰਾਪਤੀ ਨਹੀਂ ਹੋਈ। ਤੇ ਅਖੀਰ ਮੈਂ ਨਾ ਤੇਰੀ ਸ਼ਰਨ ਦੇ ਵਿੱਚ ਆ ਗਿਆ। ਸਗਲ ਦੁਆਰ ਕੋ ਛੱਡ ਕੇ, ਇਹ ਅਰਥ ਬਣਦਾ ਜੇ ਵੀ ਸਾਰੇ ਦੁਆਰੇ ਛੱਡ ਕੇ ਨਾ, ਹਾਰ ਕੇ ਮੈਂ ਤੇਰੇ ਦੁਆਰੇ ਤੇ, ਥੱਕ ਕੇ ਤੇਰੇ ਦੁਆਰੇ ਤੇ ਆ ਗਿਆ। ਥੱਕ ਭਰਿਓ ਪ੍ਰਭ ਦਰਬਾਰ, ਹੈ ਸੱਚੇ ਸਤਿਗੁਰ ਜੀ ਮੈਂ ਅਖੀਰ ਤੇਰਾ ਦਰ ਪਕੜ ਲਿਆ ਹੈ ਜੀ। ਪ੍ਰਭ ਕਰਹੁ ਸਾਧੂ ਧੂਰ। ਤੇ ਹੁਣ ਮੰਗਿਆ ਕਿ ਇਹ ਪ੍ਰਭੂ ਮੇਰੇ ਤੇ ਕਿਰਪਾ ਕਰ, ਕਿਸੇ ਸਾਧੂ ਦੇ ਚਰਨਾਂ ਦੀ ਧੂੜ ਜਿਹੜੀ ਉਹ ਮੇਰੇ ਮੱਥੇ ਨੂੰ ਲੱਗ ਜਾਵੇ ਜੀ। ਨਾਨਕ ਮਨਸਾ ਪੂਰ। ਤੇ ਮੇਰੀ ਜਿਹੜੀ ਅੰਦਰ ਦੀ ਇੱਛਾ ਹੈ ਨਾ ਵੀ ਤੇਰੇ ਨਾਮ ਦਾ ਰਸ ਆ ਜਾਵੇ, ਉਹ ਮੇਰੀ ਇੱਛਾ ਪੂਰੀ ਹੋ ਜਾਵੇ। ਮੇਰੇ ਅੰਦਰ ਦੀ ਇੱਛਾ ਹੈ ਮਨਸਾ ਪੂਰ। ਮੇਰੇ ਅੰਦਰ ਦੀ ਇੱਛਾ ਹੈ ਕਿ ਆਪ ਜੀ ਦੀ ਰਹਿਮਤ ਕਿਰਪਾ ਦੇ ਨਾਲ ਜੋ ਨਾਮ ਰਸ ਹੈ ਨਾ, ਉਹ ਅੰਦਰ ਵੱਜ ਜਾਵੇ। ਤੇ ਇਸ ਦੇ ਲਈ ਤੁਸੀਂ ਕਿਰਪਾ ਕਰੋ ਸੱਚੇ ਸਤਿਗੁਰੂ ਜੀ, ਕਿਸੇ ਸਾਧੂ ਸੰਤ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਨੂੰ ਲੱਗ ਜਾਵੇ।
ਇਸ ਲਈ ਮੈਂ ਸਾਰੇ ਦੁਆਰੇ ਛੱਡ ਕੇ ਤੇ ਥੱਕ ਕੇ ਤੇਰੇ ਦਰ ਤੇ ਆ ਗਿਆ ਤੇ ਲੱਖਾਂ ਵਾਰੀ ਤੇਰੇ ਅੱਗੇ ਬੰਦਨਾ ਕਰਦਾ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਹਿਬ ਸਿਉ ਮੇਲ। ਕਰ ਬੰਦ